ਧੰਨ ਵਾਹਿਗੁਰੂ ਜੀਓ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिले चूके सब सोग संतापे। बेशुमार अथाह अगणत अतुल, ज्यों बुलावो त्यों नानक दास बोलै। ज्यों बुलावो त्यों नानक दास बोलै। जुगो जुग अटल चवर छतर तखत दे मालक, लोक ਅਤੇ ਪ੍ਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੇ ਹੀ ਪਿਆਰ ਨਾਲ ਰੱਬੀ ਬਾਣੀ ਦੇ ਪਾਠ ਸਰਵਣ ਕੀਤੇ। ਸਮਾਂ ਹੈ ਵਿਚਾਰਾਂ ਦਾ, ਵਿੱਚ ਵਰਤ ਕੇ ਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਪਿਛਲੇ ਸ਼ਨੀਵਾਰ ਹਾਜ਼ਰ ਸੰਗਤਾਂ ਨੇ ਸਰਵਣ ਕੀਤਾ, ਇੱਕ ਮਾਂ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ। ਮਾਂ ਦਾ ਰਿਸ਼ਤਾ ਬਹੁਤ ਕਰੀਬੀ ਹੈ। ਪਹਿਲਾ ਉਸਤਾਦ ਵੀ ਬੱਚੇ ਦਾ ਮਾਂ ਹੈ ਤੇ ਇਸ ਰਿਸ਼ਤੇ ਰਾਹੀਂ ਗੁਰੂ ਪਾਤਸ਼ਾਹ ਜੀ ਨੇ ਰੱਬੀ ਪਿਆਰ ਦੀਆਂ ਗੱਲਾਂ ਬਾਣੀ ਵਿੱਚ ਸਮਝਾਈਆਂ ਨੇ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਜਿਵੇਂ ਮਾਂ ਬੱਚੇ ਦੇ ਔਗਣਾਂ ਨੂੰ ਚੇਤੇ ਨਹੀਂ ਰੱਖਦੀ, ਦੁਆਰਾ ਗਲ ਨਾਲ ਲਾ ਲੈਂਦੀ ਨਾ, ਇਸੇ ਤਰ੍ਹਾਂ ਹੀ ਉਸ ਮਾਲਕ ਦਾ ਸੁਭਾਅ ਵੀ ਹੈ। ਪ੍ਰੋਫੈਸਰ ਮੋਹਨ ਸਿੰਘ ਤਾਂ ਮਾਂ ਦੀ ਸਿਫਤ ਲਿਖਦਿਆਂ ਇੱਥੋਂ ਤੱਕ ਲਿਖਦੇ ਨੇ, ਕਹਿੰਦੇ ਦੁਨੀਆ ਦੇ ਲੋਕ ਗੱਲ ਕਰਦੇ ਨੇ ਵੀ ਸਵਰਗ ਦੇ ਵਿੱਚ ਆਹ ਸਹੂਲਤਾਂ ਮਿਲਦੀਆਂ ਨੇ। ਕਹਿੰਦੇ ਮੇਰੀ ਕਲਪਨਾ ਤਾਂ ਇੱਦਾਂ ਦੀ ਆ, ਮੈਨੂੰ ਲੱਗਦਾ ਵੀ ਉਹ ਸਹੂਲਤਾਂ ਵੀ ਮਾਂ ਦੀ ਗੋਦ ਤੋਂ ਉਧਾਰੀਆਂ ਲੈ ਕੇ ਬਣਾਈਆਂ ਗਈਆਂ ਲੱਗਦੀਆਂ। ਬਹੁਤ ਵਾਰੀ ਤੁਸੀਂ ਪੰਕਤੀਆਂ ਸੁਣੀਆਂ, ਤੁਹਾਨੂੰ ਚੇਤੇ ਆ, ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਹੋਰ ਸਭ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਗੁਰੂ ਪਾਤਸ਼ਾਹ ਜੀ ਨੇ ਇਸ ਰਿਸ਼ਤੇ ਦੀ ਗੱਲ ਕੀਤੀ ਵੀ ਮਾਂ ਜਿੱਥੇ ਤੂੰ ਬੱਚੇ ਦੇ ਭੋਜਨ ਪਦਾਰਥਾਂ ਦਾ ਇੰਤਜ਼ਾਮ ਕਰਦੀਆਂ, ਹਰ ਮਾਂ ਦੀ ਇੱਛਾ ਹੈ ਮੇਰੇ ਬੱਚੇ ਦੇ ਤਨ 'ਤੇ ਪਾਏ ਕੱਪੜੇ ਸੋਹਣੇ ਹੋਣ।
ਉਹ ਚੰਗੇ ਸਕੂਲ ਵਿੱਚ ਪੜ੍ਹੇ, ਨਾਲ ਆਪਾਂ ਇਹ ਗੱਲ ਵਿਚਾਰੀ ਸੀ ਵੀ ਮਾਂ ਦਾ ਫਰਜ਼ ਬਣਦਾ ਹੈ ਉਹਨੂੰ ਗੁਰਮਤ ਨਾਲ ਵੀ ਜੋੜੇ। ਜੇ ਅਸੀਂ ਯਤਨ ਕਰੀਏ, ਮੈਂ ਪਿਛਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਵੀ ਇੱਕ ਪੰਕਤੀ ਬੱਚੇ ਨੂੰ ਰੋਜ਼ਾਨਾ ਯਾਦ ਕਰਾਵੇ ਨਾ, ਮਾਂ ਯਤਨ ਕਰੇ, ਪਰ ਪਹਿਲਾਂ ਮਾਂ ਨੂੰ ਖੁਦ ਨੂੰ ਇਹ ਕੰਮ ਕਰਨਾ ਪੈਣਾ, ਫਿਰ ਗੱਲ ਬਣਨੀ ਆ, ਉੱਦਾਂ ਨਹੀਂ। ਇੱਕ ਪੰਕਤੀ ਚੇਤੇ ਕਰਾਈ ਜਾਵੇ, ਬੱਚੇ ਨੂੰ 12-13 ਸਾਲ ਦੀ ਉਮਰ ਤੱਕ ਤਕਰੀਬਨ ਸਾਰਾ ਨਿਤਨੇਮ ਜ਼ੁਬਾਨੀ ਚੇਤੇ ਹੋ ਜਾਂਦਾ, ਜੇ ਮਾਂ ਯਤਨ ਕਰੇ ਤਾਂ। ਅੱਜ ਆਪਾਂ ਗੱਲ ਕਰਨੀ ਆ ਪਿਤਾ ਦੀ, ਮਾਂ ਦੀ ਗੱਲ ਸ਼ਨੀਵਾਰ ਆਪਾਂ ਕਰ ਚੁੱਕੇ ਹੋਏ ਹਾਂ। ਅੱਜ ਯਤਨ ਕਰਾਂਗੇ ਪਿਤਾ ਦੀ ਗੱਲ। ਆਉਣ ਵਾਲੇ ਸਮੇਂ ਵਿੱਚ ਜਿਵੇਂ ਸਤਿਗੁਰੂ ਸੇਵਾ ਲੈਣਗੇ, ਆਪ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਇਸ ਰਿਸ਼ਤੇ ਰਾਹੀਂ ਵੀ ਗੁਰੂ ਪਾਤਸ਼ਾਹ ਜੀ ਨੇ ਉਸ ਰੱਬੀ ਪਿਆਰ ਦੀਆਂ ਗੱਲਾਂ ਬਾਣੀ ਵਿੱਚ ਸਮਝਾਈਆਂ। ਇਹ ਦੋਨੇ ਰਿਸ਼ਤੇ, ਜਿਹੜੇ ਮਾਂ ਦਾ ਵੀ ਰਿਸ਼ਤਾ ਤੇ ਪਿਤਾ ਦਾ ਵੀ ਰਿਸ਼ਤਾ ਨਾ, ਦਰਅਸਲ ਬਾਪੂ ਨੇ ਵੀ ਆਪਣੀਆਂ ਸੱਧਰਾਂ ਜਿਹੜੀਆਂ ਅਗਨ ਭੇਟ ਕਰਕੇ ਬੱਚਿਆਂ ਦੀ ਉਸਾਰੀ ਵਾਸਤੇ ਸਾਰਾ ਹੀ ਤਾਣ ਲਾਇਆ ਹੁੰਦਾ। ਬਾਪੂ ਕਈ ਵਾਰੀ ਆਪ ਕੱਪੜੇ ਮਾੜੇ ਪਾ ਲੈਂਦਾ, ਕੋਸ਼ਿਸ਼ ਕਰਦਾ ਬੱਚੇ ਨੇ ਕਾਲਜ ਯੂਨੀਵਰਸਿਟੀ ਪੜ੍ਹਨ ਵਾਸਤੇ ਜਾਣਾ, ਇਹਦੇ ਬ੍ਰਾਂਡਡ ਹੋਣੇ ਚਾਹੀਦੇ, ਕਿਉਂਕਿ ਸੁਸਾਇਟੀ ਵਿੱਚ ਜਾਣਾ ਨਾ। ਮੈਂ ਤਾਂ ਅਨਪੜ੍ਹ ਰਹਿ ਗਿਆ, ਮੈਂ ਵਾਹੀ ਜੋਤੀ ਕਰਨ ਵਾਲਾ ਜਾਂ ਦਿਹਾੜੀਦਾਰ ਹੀ ਰਹਿ ਗਿਆ। ਮੈਂ ਕੋਸ਼ਿਸ਼ ਕਰਾਂ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੀ ਪੋਸਟ ਤੇ ਪਹੁੰਚ ਜਾਏ। ਇਸ ਰਿਸ਼ਤੇ ਦੀ ਗੱਲ ਕਰਦਿਆਂ ਗੁਰੂ ਪਾਤਸ਼ਾਹ ਜੀ ਨੇ ਇਸ ਰਿਸ਼ਤੇ ਨੂੰ ਵੀ ਉਸ ਰੱਬੀ ਪਿਆਰ ਨਾਲ ਤੁਲਨਾ ਦਿੱਤੀ। ਪੰਕਤੀਆਂ ਸੁਣਿਓ ਧਿਆਨ ਨਾਲ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹ ਮਾਲਕ ਇਦਾਂ ਸਾਰ ਸੰਭਾਲ ਕਰਦਾ ਜਿਵੇਂ ਮਾਂ ਤੇ ਪਿਓ ਬੱਚਿਆਂ ਦਾ ਧਿਆਨ ਰੱਖਦੇ ਨੇ। ਆਹ ਪੰਕਤੀਆਂ 52 ਅੱਖਰੀ ਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਚੇਤੇ ਨੇ। ਉੱਥੇ ਵੀ ਗੱਲ ਕੀਤੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਜਿਹੜੀ ਆ ਤੀਜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ, ਪਹਿਲੀਆਂ ਪੰਕਤੀਆਂ ਹੋ ਸਕਦਾ ਸਾਰਿਆਂ ਨੂੰ ਯਾਦ ਨਾ ਹੋਣ ਜਾਂ ਨਾ ਸੁਣੀਆਂ ਹੋਣ। ਇਹ ਤਾਂ ਆਪਾਂ ਨਿੱਤ ਹੀ ਪੜ੍ਹਦੇ ਹਾਂ ਵੀ ਹੇ ਮਾਲਕ ਵਾਹਿਗੁਰੂ ਜੀਓ, ਤੁਸੀਂ ਸਾਡੇ ਮਾਤਾ ਪਿਤਾ ਹੋ ਤੇ ਤੁਹਾਡੀ ਸ਼ਰਨ ਦੇ ਵਿੱਚ ਮੈਨੂੰ ਅਨੇਕਾਂ ਹੀ ਸੁੱਖ ਨੇ ਤੇ ਮੇਰੀ ਜੋਦੜੀ ਵੀ ਤੁਹਾਡੇ ਅੱਗੇ ਹੀ ਆ। ਉੱਥੇ ਵੀ ਗੱਲ ਬਾਪੂ ਤੇ ਬੇਬੇ ਦੇ ਪਿਆਰ ਦੀ ਗੱਲ ਕੀਤੀ ਆ ਵੀ ਕਿਵੇਂ ਮਾਂ ਤੇ ਬਾਪ ਸਹੂਲਤਾਂ ਦਿੰਦੇ ਨੇ ਬੱਚਿਆਂ ਨੂੰ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਮੇਰੇ ਵਾਸਤੇ ਤੁਸੀਂ ਉਸ ਰਿਸ਼ਤੇ ਵਾਂਗੂ ਪਾਲਣਾ ਕਰਨ ਵਾਲੇ ਹੋ। ਪੰਕਤੀਆਂ ਗੌਰ ਨਾਲ ਸੁਣਿਓ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਹਾਡੀ ਬਖਸ਼ਿਸ਼ ਨਾਲ ਮੈਨੂੰ ਘਨੇਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਮੇਰੇ ਵਾਸਤੇ ਮਾਂ ਤੇ ਪਿਓ ਵਾਂਗੂ ਪਿਆਰ ਕਰਨ ਵਾਲੇ ਤੁਸੀਂ ਆ। ਪੰਜਵੇਂ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਬਾਪੂ ਜਦੋਂ ਲੋੜ ਪਈ ਮੰਗਣ ਤੇਰੇ ਘਰੋਂ ਹੀ ਆਉਣਾ, ਤੇਰੇ ਤੋਂ ਬਿਨਾਂ ਮੇਰੀ ਝੋਲੀ 'ਚ ਖੈਰ ਕਿਸੇ ਨੇ ਪਾਉਣੀ ਨਹੀਂ। ਦੁਨੀਆ ਦੇ ਲੋਕ ਕਈ ਵਾਰੀ ਹੱਥ ਦੀ ਤਲੀ ਤੇ ਤਾਂ 4 ਕੌਡੀਆਂ ਰੱਖ ਦਿੰਦੇ ਨੇ, ਬੈਠਿਆਂ ਉੱਠਿਆਂ 'ਚ ਜਲੀਲ ਵੀ ਕਰਦੇ ਨੇ। ਇੱਕ ਵਾਰੀ ਦੇ ਦਿੱਤਾ ਤੇ ਦੂਜੀ ਵਾਰੀ ਗਿਆਨ ਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਨੇ, ਫੋਨ ਲੋਕ ਚੱਕਣੋਂ ਹਟ ਜਾਂਦੇ ਨੇ। ਬਾਪੂ ਜਦੋਂ ਲੋੜ ਪਈ ਮੰਗਣ ਮੈਂ ਤੇਰੇ ਘਰ ਆਊਂ, ਪਰ ਮੇਰੀ ਜੋਦੜੀ ਆ, ਮੇਰੀਆਂ ਨਜਾਇਜ਼ ਮੰਗਾਂ ਪੂਰੀਆਂ ਨਾ ਕਰੀ। ਕਿਉਂ? ਕਹਿੰਦੇ ਦਰਅਸਲ ਮੈਂ ਹਾਂ ਅਣਜਾਣ, ਮੈਨੂੰ ਨਹੀਂ ਸੋਝੀ, ਮੈਂ ਬੱਚਾ, ਤੁਸੀਂ ਮੇਰੇ ਮਾਂ ਤੇ ਪਿਓ ਹੋ। ਕਹਿੰਦੇ ਮੇਰੀ ਹਾਲਤ ਤਾਂ ਇਦਾਂ ਦੀ ਆ, ਬੱਚੇ ਨੂੰ ਕਈ ਵਾਰੀ ਬਲਦੀ ਹੋਈ ਅੱਗ ਦੀ ਲਾਟ ਚੰਗੀ ਲੱਗਦੀ, ਉਹ ਕੁੱਢਣ ਖਿੱਚਣ ਦੀ ਕੋਸ਼ਿਸ਼ ਕਰਦਾ ਚੁੱਲ੍ਹੇ ਦੇ ਵਿੱਚੋਂ, ਤੇ ਮਾਂ 2 ਵਾਰੀ ਦਵਕਾ ਮਾਰਦੀ ਆ ਦੂਰੋਂ ਪਹਿਲਾਂ, ਤੇ ਜੇ ਨਾ ਸੁਣੇ ਤੇ ਫਿਰ ਇੱਕ ਕੰਨ ਤੇ ਵੀ ਲਾ ਦਿੰਦੀ ਆ। ਪਰ ਮਤ ਸੋਚਣਾ ਉਹਦੇ ਥੱਪੜ ਮਾਰਨ ਵਿੱਚ ਕੋਈ ਕਰੋਪੀ ਨਹੀਂ, ਉਹਦੇ ਵਿੱਚ ਵੀ ਉਹਦੀ ਇੱਕ ਬਖਸ਼ਿਸ਼ ਹੈ ਬਹੁਤ ਵੱਡੀ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੁਹਾਡੇ ਦਰ ਤੇ ਆਊਂਗਾ ਮੰਗਣ ਵਾਸਤੇ। ਜਿਵੇਂ ਬੇਬੇ ਤੇ ਬਾਪੂ ਗਲਤ ਚੀਜ਼ ਨਹੀਂ ਪੁੱਤ ਨੂੰ ਦਿੰਦੇ, ਇਸੇ ਤਰ੍ਹਾਂ ਹੀ ਮੇਰੀਆਂ ਨਜਾਇਜ਼ ਮੰਗਾਂ ਨਾ ਪੂਰੀਆਂ ਕਰਿਓ। ਬੱਚੇ ਨੂੰ ਮੇਲਦਾ ਹੋਇਆ ਕੌਡੀਆਂ ਵਾਲਾ ਸੱਪ ਬੜਾ ਹੀ ਚੰਗਾ ਲੱਗਦਾ, ਤੇ ਬਾਪੂ ਹੱਥ ਨਹੀਂ ਲਾਉਣ ਦਿੰਦਾ, ਉਹਨੂੰ ਪਤਾ ਇਹਦਾ ਜੀਵਨ ਬਰਬਾਦ ਹੋ ਜਾਏਗਾ। ਉੱਥੇ ਵੀ ਇਸੇ ਰਿਸ਼ਤੇ ਦੀ ਗੱਲ ਕੀਤੀ।
ਕਹਿੰਦੇ ਚਾਂਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ, ਮਾਤ ਪਿਤਾ ਕੰਠ ਲਾਏ ਰਾਖੈ ਆਨੰਦ ਸਹਿਜ ਤਬ ਖੇਲੈ। ਜਿੰਨੀ ਦੇਰ ਬੇਬੇ ਤੇ ਬਾਪੂ ਦੀ ਗੋਦ ਆ ਨਾ ਉਨੀ ਦੇਰ ਜੀਵਨ ਵਿੱਚ ਆਨੰਦ ਹੀ ਆਨੰਦ ਆ। ਕਹਿੰਦੇ ਇਸੇ ਤਰ੍ਹਾਂ ਮੇਰੇ ਵਾਸਤੇ ਤੇਰੀ ਹਜ਼ੂਰੀ ਤੇ ਸ਼ਰਨ ਹੈ। ਅਰਦਾਸ ਕੀਤੀ। ਜਦੋਂ ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ ਉੱਥੇ ਜੋਦੜੀ ਕੀਤੀ, ਮਾਲਕਾ ਮੈਂ ਭੁੱਲਾਂ ਕਰਨ ਵਾਲਾ ਹਾਂ ਬੱਚਿਆਂ ਵਾਂਗੂ, ਤੇ ਬਾਪੂ ਵਾਂਗੂ ਮੈਨੂੰ ਮੱਤ ਦੇ ਕੇ ਤੁਸੀਂ ਸਮਝਾਉਂਦੇ ਰਿਹਾ ਜੋ। ਜੋਦੜੀ ਕੀਤੀ। ਇਸੇ ਰਿਸ਼ਤੇ ਦੀ ਗੱਲ ਉੱਥੇ ਕੀਤੀ। ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ, ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਬਾਪੂ ਜਿਵੇਂ ਬਾਰ-ਬਾਰ ਪੁੱਤ ਨੂੰ ਸਮਝਾਉਂਦਾ ਰਹਿੰਦਾ, ਮੈਨੂੰ ਇਦਾਂ ਸਮਝਾਉਂਦੇ ਰਿਹਾ ਜੋ ਮੈਨੂੰ ਅਕਲ ਨਹੀਂ ਵੀ ਕਿਵੇਂ ਜਿਉਣਾ ਤੇ ਕਿਵੇਂ ਨਹੀਂ ਜਿਉਣਾ। ਮੈਂ ਤਾਂ ਗਲਤ ਕੰਮ ਵੀ ਕਰਦਾ ਤੇ ਗਲਤ ਮੰਗਾਂ ਵੀ ਮੰਗਦਾ ਹਾਂ। ਬਾਪੂ ਦੀ ਉਂਗਲੀ ਫੜ ਕੇ ਜੇ ਕਿਤੇ ਬੱਚਾ ਮੇਲਾ ਵੇਖਣ ਵਾਸਤੇ ਜਾਵੇ ਬੜਾ ਹੀ ਸੋਹਣਾ ਲੱਗਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਬੱਚਾ ਬਾਰ-ਬਾਰ ਕਹਿੰਦਾ ਬਾਪੂ ਮੈਨੂੰ ਬਰਫੀ ਲੈ ਦੇ, ਸਵਾਦ ਲੱਗਦੀ ਬੱਚੇ ਨੂੰ। ਬਾਪੂ ਮੈਨੂੰ ਖਿਡੌਣੇ ਚਾਹੀਦੇ ਨੇ, ਬਾਪੂ ਮੈਨੂੰ ਆਹ ਚਾਹੀਦਾ ਉਹ ਚਾਹੀਦਾ। ਉਹ ਚੀਜ਼ਾਂ ਬੜੀਆਂ ਸਵਾਦਲੀਆਂ ਤੇ ਚੰਗੀਆਂ ਲੱਗਦੇ ਨੇ। ਅਚਾਨਕ ਬਾਪੂ ਦੀ ਉਂਗਲ ਛੁੱਟ ਗਈ, ਉਹੀ ਮੇਲਾ ਦੁਖਦਾਈ ਬਣ ਗਿਆ ਬੱਚੇ ਵਾਸਤੇ। ਰੋਣਾ ਪੱਲੇ ਪੈ ਗਿਆ ਜਦੋਂ ਉਂਗਲ ਛੁੱਟ ਗਈ। ਮੇਲੇ ਦਾ ਆਨੰਦ ਓਨੀ ਦੇਰ ਸੀ ਜਿੰਨੀ ਦੇਰ ਬਾਪੂ ਦੀ ਉਂਗਲ ਫੜੀ ਸੀ। ਤੇ ਬਾਪੂ ਮੇਲੇ ਦੇ ਵਿੱਚ ਲਾਡ ਲਡਾਉਂਦਾ ਹੋਇਆ ਨਾ ਕਈ ਵਾਰੀ ਆਪਣੇ ਪੁੱਤ ਨੂੰ ਆਪਣੇ ਮੋਰਾਂ ਤੇ ਮੋਢਿਆਂ ਤੇ ਵੀ ਚੱਕ ਲੈਂਦਾ ਨਾ। ਸਾਰਿਆਂ ਦੇ ਬਾਪੂ ਨੇ ਚੱਕਿਆ ਹੋਊਗਾ ਤਕਰੀਬਨ। ਜਦੋਂ ਬਾਪੂ ਇਉਂ ਕਰਦਾ ਵੀ ਚੱਲ ਦੂਰ ਤੱਕ ਇਹ ਮੇਲੇ ਦਾ ਆਨੰਦ ਮਾਣ ਲਵੇ, ਮੋਢਿਆਂ ਤੇ ਚੱਕ ਲੈਂਦਾ ਨਾ, ਤੇ ਕਈ ਵਾਰੀ ਪੁੱਤ ਨੂੰ ਭੁਲੇਖਾ ਪੈ ਜਾਂਦਾ ਵੀ ਹੁਣ ਤਾਂ ਬਾਪੂ ਵੀ ਮੇਰੇ ਨਾਲੋਂ ਥੱਲੇ ਆ। ਸਾਨੂੰ ਵੀ ਪੈ ਜਾਂਦਾ ਨਾ ਭੁਲੇਖਾ ਕਈ ਵਾਰੀ। 4 ਦਿਨ ਪਾਠ ਕੀਤਾ, ਕੋਈ ਕੀਤੀ ਅਰਦਾਸ ਪੂਰੀ ਹੋ ਗਈ ਤੇ ਸਾਨੂੰ ਭੁਲੇਖਾ ਲੱਗਣ ਲੱਗ ਗਿਆ ਵੀ ਅਸੀਂ ਤਾਂ ਹੁਣ ਗੁਰੂ ਤੋਂ ਵੀ ਵੱਡੇ ਬਣ ਕੇ ਡੇਰਾ ਖੋਲ ਕੇ ਬਹਿ ਜਾਂਦੇ। ਕਈ ਵਾਰੀ ਸ਼ਰੀਕ ਬਣ ਕੇ ਕਰਦੇ ਨੇ ਨਾ ਇੱਦਾਂ ਨਾਲ। ਜਿਵੇਂ ਬੱਚੇ ਨੂੰ ਭੁਲੇਖਾ ਪੈ ਗਿਆ ਮੇਲੇ ਦਾ ਆਨੰਦ ਬਾਪੂ ਦੇ ਮੋਢਿਆਂ ਤੇ ਚੜ੍ਹ ਕੇ ਸੀ। ਹੁਣ ਇਹ ਅਜਾਣ ਤੇ ਬੇਸਮਝ ਇਹ ਸਮਝ ਕੇ ਬਹਿ ਗਿਆ ਵੀ ਹੁਣ ਤਾਂ ਬਾਪੂ ਵੀ ਮੇਰੇ ਨਾਲੋਂ ਥੱਲੇ। ਇਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਬਾਪੂ ਨੇ ਤਰਸ ਕਰਕੇ ਚੱਕਿਆ ਉਹ ਪੈਰਾਂ ਵਿੱਚ ਵੀ ਸਿੱਟ ਸਕਦਾ। ਅਰਦਾਸ ਕੀਤੀ, ਮਾਲਕਾ ਮੈਂ ਭੁੱਲਾਂ ਕਰਨ ਵਾਲਾ, ਮੈਂ ਐਸੀਆਂ ਗਲਤੀਆਂ ਕਰਨ ਵਾਲਾ। ਤੇ ਬਾਪੂ ਦਾ ਕੰਮ ਆ, ਬਾਪੂ 100 ਵਾਰੀ ਵੀ ਪੁੱਤ ਗਲਤੀ ਕਰੇ ਬਾਪੂ ਬਖਸ਼ਣ ਵਾਸਤੇ, ਗਲਵੱਕੜੀ 'ਚ ਲੈਣ ਵਾਸਤੇ ਤਿਆਰ ਹੀ ਰਹਿੰਦਾ। ਉਹ ਗੱਲ ਅਲੱਗ ਆ ਵੀ ਅਸੀਂ ਬਾਪੂ ਕੋਲੇ ਪਹੁੰਚਦਿਆਂ ਦੇਰੀ ਲਾ ਦਿੰਦੇ ਹਾਂ। ਪੰਕਤੀਆਂ ਧਿਆਨ ਨਾਲ ਸੁਣਿਓ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਐਸਾ ਬਾਪੂ ਜਿਹੜੇ ਜਿਉਂਦਿਆਂ ਬੰਦਿਆਂ ਨੂੰ ਤਲ ਕੇ ਖਾ ਜਾਂਦੇ ਸੀ ਨਾ, ਉਹਨਾਂ ਨੂੰ ਵੀ ਬਖਸ਼ ਲਿਆ ਬਾਪੂ ਨੇ। ਪਿਛਲੇ ਔਗਣ ਬਖਸ਼ ਲਏ। ਪਰ ਕੰਡੀਸ਼ਨ ਇਹ ਆ, ਇਹ ਨਾ ਹੋਵੇ ਨਾਲੇ $10 ਦੀ ਦੇਗ ਕਰਾ ਜੇ ਤੇ ਅਗਲੇ ਦਿਨ ਪਖੰਡ ਉਹੀ ਫੇਰ ਕਰੇ, ਚੌਥੇ ਦਿਨ ਗਲਤੀ ਫੇਰ ਕਰੇ ਤੇ ਸੋਚੇ ਵੀ ਐਰਕੀ 10 ਦਿੱਤੇ ਅਗਲੇ ਵਾਰੀ 11 ਦੀ ਜਾਂ 15 ਦੀ ਕਰਾ ਦੂੰ, ਬਖਸ਼ਿਆ ਜਾਊ। ਇਉਂ ਨਹੀਂ, ਜੇ ਗਿਣ ਮਿੱਥ ਕੇ ਕਰਦਾ ਫਿਰ ਪਾਤਸ਼ਾਹ ਜੀ ਨੇ ਕਿਹਾ ਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਬਖਸ਼ਦਾ ਇਸੇ ਕੰਡੀਸ਼ਨ ਤੇ ਆ ਵੀ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਉਹ ਭਾਵੇਂ ਜਿਉਂਦਿਆਂ ਬੰਦਿਆਂ ਨੂੰ ਤਲ ਕੇ ਖਾਣ ਵਾਲੇ ਸੀ, ਪਰ ਅੱਗੋਂ ਤੋਂ ਮਾਰਗ ਤੇ ਚੱਲਣ ਲੱਗ ਪਏ ਗੁਰੂ ਨੇ ਜੋ ਕਿਹਾ। ਮੈਂ ਬੇਨਤੀ ਕਰ ਰਿਹਾ ਸੀ, ਪਿਤਾ ਦੇ ਕੀ ਫਰਜ਼ ਹੁੰਦੇ ਨੇ। ਜਿਹੜੇ ਪਿਤਾ ਦੇ ਅਨਸਾਰੀ ਰਹੇ ਉਹਨਾਂ ਨੇ ਪਿਤਾ ਦੀਆਂ ਅਨੇਕਾਂ ਖੁਸ਼ੀਆਂ ਦਾ ਆਨੰਦ ਮਾਣਿਆ। ਹੁਣੇ ਸ਼ਹੀਦੀ ਦਿਹਾੜੇ ਕੱਲ੍ਹ ਤੋਂ ਹੀ ਦੀਵਾਨ ਸ਼ੁਰੂ ਨੇ, ਉਹਦੇ ਸੰਬੰਧ ਵਿੱਚ ਜੂਨ 84 ਦਾ ਸਾਕਾ ਵੀ ਤੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਵੀ। ਰਾਤ ਗਿਆਨੀ ਸੁਖਵਿੰਦਰ ਸਿੰਘ ਹੋਣਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਕੋਲ ਆਪਣੇ ਰਿਸ਼ਤਿਆਂ ਦੇ ਵਿੱਚੋਂ ਸੰਹਾਰੀ ਮੱਲ ਆਉਂਦੇ ਨੇ ਤੇ ਆਣ ਕੇ ਕਹਿੰਦੇ ਵੀ ਬੱਚੇ ਦੇ ਵਿਆਹ ਤੇ ਤੁਸੀਂ ਆਓ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਿਤਾ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਾਸ ਸੰਹਾਰੀ ਮੱਲ ਜੀ ਆਏ। ਆਣ ਕੇ ਜਦੋਂ ਬੇਨਤੀ ਕੀਤੀ, ਪਾਤਸ਼ਾਹ ਜੀ ਕਹਿੰਦੇ ਵੀ ਜੇ ਮੈਂ ਲਾਹੌਰ ਤੱਕ ਆਵਾਂ ਉੱਥੇ ਤੱਕ ਤਾਂ ਕੋਈ ਬਾਹਲੀ ਗੱਲ ਨਹੀਂ ਔਖਾਲੀ, ਅੱਗੇ ਜਦੋਂ ਲੜਕੀ ਦੇ ਘਰ ਜਾਣਾ ਤੇ ਤੁਸੀਂ ਇਹ ਵੀ ਯਤਨ ਕਰਨਾ ਵੀ ਨਾਲ ਬਰਾਤ ਚੱਲੋ।
ਮੈਂ ਜਿਸ ਥਾਂ ਤੇ ਜਾਵਾਂ ਅਨੇਕਾਂ ਸਿੱਖ ਸੰਗਤਾਂ ਆ ਜਾਂਦੀਆਂ ਨੇ, ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ। ਲੜਕੀ ਵਾਲਿਆਂ ਤੇ ਇਸ ਗੱਲ ਦਾ ਬੋਝ ਨਾ ਪਵੇ, ਮੈਂ ਇਸ ਕਰਕੇ ਉਸ ਵਿਆਹ ਦੇ ਵਿੱਚ ਨਹੀਂ ਆਉਣਾ। ਸੰਹਾਰੀ ਮੱਲ ਜੀ ਕਹਿਣ ਲੱਗੇ ਵੀ ਜੀ ਜੇ ਤੁਸੀਂ ਨਹੀਂ ਆਉਣਾ ਤਾਂ ਆਪਣੇ ਕਿਸੇ ਪੁੱਤ ਨੂੰ ਭੇਜ ਦਿਓ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਬੇ ਪਿਰਥੀਏ ਨੂੰ ਆਪਣੇ ਵੱਡੇ ਪੁੱਤ ਨੂੰ ਕਹਿੰਦੇ ਨੇ ਵੀ ਭਾਈ ਤੁਸੀਂ ਵਿਆਹ ਤੇ ਚਲੇ ਜਾਓ। ਤੇ ਅੱਗੋਂ ਬਾਬਾ ਪਿਰਥੀਆ ਕਹਿੰਦਾ ਮਹਾਰਾਜ ਜੀ ਇਹ ਤੁਹਾਡੇ ਵਾਲਾ ਸਮਾਂ ਹੈ ਨਹੀਂ ਘੁੰਗਣੀਆਂ ਵੇਚ ਕੇ ਵਾਲਾ। ਹੁਣ ਤਾਂ ਇੱਥੇ ਹਜ਼ਾਰਾਂ ਰੁਪਈਏ ਆਉਂਦੇ ਨੇ, ਹਜ਼ਾਰਾਂ ਜਾਂਦੇ ਨੇ, ਲੰਗਰ ਪਾਣੀ ਦਾ ਪ੍ਰਬੰਧ ਮੈਂ ਕਰਦਾ, ਮੈਂ ਕਿਵੇਂ ਚਲੇ ਜਾਊਂ ਛੱਡ ਕੇ। ਆਪ ਬਿਲੋਕਤ ਹੋ ਸਭ ਸਮੇਂ, ਰਹਿਤ ਕਾਜ ਜਿਸ ਬਿਦ ਕੋ ਹਮੈ। ਇੱਕ ਆਵਤ ਇੱਕ ਕਰਤ ਪਧਾਰਨ, ਲੈਣ ਦੇਣ ਨਿਤ ਕਰਤ ਹਜ਼ਾਰਨ। ਅਨੇਕਾਂ ਹਜ਼ਾਰਾਂ ਦਾ ਲੈਣ ਦੇਣ, ਉਹ ਸਾਰਾ ਹਿਸਾਬ ਕਿਤਾਬ ਮੇਰੇ ਕੋਲੇ ਤਾਂ ਹੈਗਾ। ਪਾਤਸ਼ਾਹ ਜੀ ਕੁਝ ਨਹੀਂ ਬੋਲੇ। ਆਪਣੇ ਵਿਚਾਲੜੇ ਪੁੱਤ ਮਹਾਦੇਵ ਨੂੰ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਚਲੇ ਜਾਓ। ਤੇ ਮਹਾਦੇਵ ਜੀ ਵੀ ਅੱਗੋਂ ਕਹਿਣ ਲੱਗੇ, ਕਹਿੰਦੇ ਮਹਾਰਾਜ ਜੀ ਜਦੋਂ ਤੁਹਾਡੇ ਤੇ ਬਿਪਤਾ ਪਈ ਸੀ ਰਿਸ਼ਤੇਦਾਰ ਉਦੋਂ ਕਿੱਥੇ ਗਏ ਸੀ। ਸੁਣ ਕਰ ਬੋਲੇ ਮਸਤ ਸੁਭਾਉ, ਕੌਣ ਬੰਧੂ ਕਿਸ ਕੇ ਹਮ ਜਾਊ। ਇੱਥੇ ਕੌਣ ਆ ਕਹਿੰਦਾ ਕਿਸੇ ਦਾ ਰਿਸ਼ਤੇਦਾਰ। ਨਾ ਹਮਰੀ ਕਿਸ ਸਾਥ ਚ ਨਾਰੀ, ਨਾ ਚਾਹੋ ਮੈਂ ਕਰਨ ਅਗਾਰੀ। ਨਾ ਮੇਰੀ ਪਹਿਲਾਂ ਰਿਸ਼ਤੇਦਾਰੀ ਕਿਸੇ ਨਾਲ ਤੇ ਨਾ ਮੈਂ ਗਾਂ ਹੀ ਰੱਖਣੀ ਚਾਹੁੰਦਾ। ਗੁਰੂ ਪਾਤਸ਼ਾਹ ਜੀ ਨੇ ਹੁਣ ਆਪਣੇ ਛੋਟੇ ਪੁੱਤਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹੁਕਮ ਕੀਤਾ, ਕਹਿੰਦੇ ਵੀ ਤੁਸੀਂ ਚਲੇ ਜਾਓ ਵਿਆਹ ਤੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਬਚਨ ਕਹੇ ਧਿਆਨ ਨਾਲ ਸੁਣਿਓ। ਕਹਿੰਦੇ ਪਿਤਾ ਗੁਰੂ ਕੇ ਸੁਣ ਪਰਵਾਨੇ, ਹਾਥ ਜੋੜ ਕਰ ਬਾਕ ਬਖਾਨੇ। ਪਿਤਾ ਗੁਰੂ ਕੇ ਸੁਣ ਪਰਵਾਨੇ, ਹਾਥ ਜੋੜ ਕਰ ਬੋਲ ਮਹਾਨੇ। ਇਹ ਤੋਂ ਕਾਜ ਸੁਗਮ ਹੈ ਮੋਹੇ, ਜਹਾਂ ਪਠਾਵੋਂ ਆਨੰਦ ਹੋਏ। ਇਹ ਤਾਂ ਮਹਾਰਾਜ ਤੁਸੀਂ ਉੱਥੇ ਭੇਜਣ ਲੱਗੇ ਆ ਵੀ ਜਿੱਥੇ ਵਿਆਹ 'ਚ ਲੱਡੂ ਜਲੇਬੀਆਂ ਵੀ ਖਾਣ ਨੂੰ ਮਿਲਣੇ ਤੇ ਸਤਿਕਾਰ ਵੀ ਹੋਣਾ, ਤਾਂ ਕੋਈ ਬੜੀ ਵੱਡੀ ਗੱਲ ਨਹੀਂ। ਕਹਿੰਦੇ ਤਾਹਾਂ ਪਠਾਵੋ ਚਾਹੇ ਜੀਵਨ ਸਾਂਸੈ, ਤੈਂ ਭੇਜੋ ਤੁਮ ਹੋਏ ਨਸਾਂਸੈ। ਕਹਿੰਦੇ ਜਿੱਥੇ ਜਾ ਕੇ ਜਾਨ ਵੀ ਜੋਖਮ ਵਿੱਚ ਹੋ ਜਾਵੇ, ਸੀਸ ਵੀ ਦੇਣਾ ਪੈ ਜਾਵੇ, ਮਹਾਰਾਜ ਜੀ ਮੈਂ ਤਾਂ ਉੱਥੇ ਵੀ ਜਾਣ ਵਾਸਤੇ ਤਿਆਰ ਹਾਂ, ਤੁਸੀਂ ਤਾਂ ਵਿਆਹ ਤੇ ਤੋਰਨ ਲੱਗੇ ਆ। ਨਾਲ ਨਾਲ ਇੱਕ ਕੰਡੀਸ਼ਨ ਰੱਖੀ ਵੀ ਜਿੰਨੀ ਦੇਰ ਅਸੀਂ ਸੱਦੀਏ ਨਾ ਆਉਣਾ ਨਹੀਂ, ਇਹ ਸੀ ਪ੍ਰੀਖਿਆ। ਜਾਣ ਵਾਲੀ ਗੱਲ ਕੋਈ ਬਾਹਲੀ ਔਖੀ ਨਹੀਂ ਸੀ ਵੀ ਜਿੰਨੀ ਦੇਰ ਅਸੀਂ ਨਹੀਂ ਨਾ ਬੁਲਾਉਂਦੇ ਉਨੀ ਦੇਰ ਵਾਪਸ ਨਹੀਂ ਆਉਣਾ। ਖੈਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਪਿਤਾ ਜੀ ਦੇ ਹੁਕਮ ਨੂੰ ਮੰਨਿਆ। ਭਾਵੇਂ ਅਰਦਾਸ ਰੂਪ ਵਿੱਚ ਬੇਨਤੀ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੋਲ ਬੁਲਾਇਆ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਕੇ ਪਿਤਾ ਦੀ ਆਗਿਆ ਨੂੰ ਮੰਨ ਕੇ। ਅੱਗੇ ਮੈਂ ਤੁਹਾਡੇ ਨਾਲ ਉਹਨਾਂ ਗੁਰਸਿੱਖਾਂ ਦਾ ਜੀਵਨ ਸਾਂਝਾ ਕਰਨਾ ਜਿਨ੍ਹਾਂ ਨੇ ਇੱਕ ਵਧੀਆ ਬਾਪੂ ਵਾਲਾ ਰੋਲ ਕੀਤਾ ਬੱਚਿਆਂ ਦੇ ਜੀਵਨ ਵਿੱਚ। ਹਰ ਸਿੱਖ ਦਾ ਫਰਜ਼ ਬਣਦਾ, ਮੈਂ ਬੇਨਤੀ ਕੀਤੀ ਇਹਨਾਂ ਨੂੰ ਮਹਿੰਗੇ ਘਰ ਲੈ ਕੇ ਦਿਓ, ਮਹਿੰਗੇ ਕੱਪੜੇ ਲੈ ਕੇ ਦਿਓ, ਪਰ ਨਾਲ ਦੀ ਨਾਲ ਜਪਜੀ ਸਾਹਿਬ ਦਾ ਪਾਠ ਵੀ ਸਿਖਾਓ। ਇਹਨਾਂ ਨੂੰ ਗੁਰਮੁਖੀ ਵੀ ਆਉਣੀ ਚਾਹੀਦੀ ਹੈ। ਜ਼ਰੂਰੀ ਗੱਲਾਂ ਨੇ, ਨਹੀਂ ਕਰੋੜਾਂਪਤੀ ਬਣ ਕੇ ਵੀ ਕੰਗਾਲ ਰਹਿ ਜਾਵਾਂਗੇ ਅਸੀਂ। ਸੰਨ 1745-46 ਦੀ ਗੱਲ ਆ, ਜ਼ਕਰੀਏ ਨੇ ਭਾਈ ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਬੰਦੀ ਬਣਾ ਲਿਆ। ਕਾਰਨ ਕੀ ਸੀ? ਸ਼ਾਹਬਾਜ਼ ਸਿੰਘ ਇੱਕ ਕਾਜੀ ਦੇ ਕੋਲੇ ਪੜ੍ਹਨ ਵਾਸਤੇ ਜਾਂਦਾ। ਗੁਰਸਿੱਖੀ ਲਿਬਾਸ ਵਿੱਚ ਭਾਈ ਸ਼ਾਹਬਾਜ਼ ਸਿੰਘ ਰਹਿੰਦੇ ਨੇ। ਕੁਦਰਤੀ ਇੱਥੇ ਬੱਚੇ ਕਈ ਦਮਾਲਾ ਸਜਾ ਕੇ ਆਉਂਦੇ ਨੇ, ਚੋਲਾ ਪਾਇਆ ਹੁੰਦਾ, ਬੜੇ ਸੋਹਣੇ ਲੱਗਦੇ ਨੇ ਬੱਚੇ ਉਸ ਲਿਬਾਸ ਵਿੱਚ। ਨਾਲ ਦੀ ਨਾਲ ਰੌਸ਼ਨ ਦਿਮਾਗ ਨੇ, ਕਾਜੀ ਜੋ ਪੜ੍ਹਾਉਂਦਾ ਹੈ ਨਾਲ ਦੀ ਨਾਲ ਬੜੀ ਦੇੜੀ ਛੇਤੀ ਨਾਲ ਪਕੜ ਵੀ ਕਰਦੇ ਨੇ। ਕਾਜੀ ਦਾ ਮਨ ਇੰਨਾ ਆਇਆ ਸ਼ਾਹਬਾਜ਼ ਸਿੰਘ ਤੇ, ਇਹਨੇ ਸੋਚਿਆ ਵੀ ਕਿਵੇਂ ਨਾ ਕਿਵੇਂ ਇਹਨੂੰ ਮੈਂ ਆਪਣੀ ਬੱਚੀ ਦਾ ਰਿਸ਼ਤਾ ਕਰ ਦੇਵਾਂ। ਇੱਦਾਂ ਦਾ ਰੌਸ਼ਨ ਦਿਮਾਗ ਬੱਚਾ ਮੇਰੇ ਧਿਆਨ ਵਿੱਚ ਅੱਜ ਤੱਕ ਆਇਆ ਨਹੀਂ। ਪਰ ਨਾਲ ਸ਼ੈਤਾਨੀ ਇਹ ਆ ਬਈ ਇਹਦਾ ਪਹਿਲਾਂ ਧਰਮ ਤਬਦੀਲ ਕੀਤਾ ਜਾਵੇ, ਫਿਰ ਬੱਚੀ ਦਾ ਰਿਸ਼ਤਾ ਕਰੂੰ। ਪਹਿਲਾਂ ਤਾਂ ਸ਼ਾਹਬਾਜ਼ ਸਿੰਘ ਨੂੰ ਸਬਜ਼ ਬਾਗ ਦਿਖਾਏ ਵੀ ਜੇ ਤੂੰ ਮੇਰੇ ਆਖੇ ਲੱਗ ਜਾਵੇਂ ਨਾ, ਤੈਨੂੰ ਬਹੁਤ ਵੱਡਾ ਮੁਰਾਤਬਾ ਵੀ ਮਿਲੇਗਾ, ਮੈਂ ਆਪਣੀ ਬੱਚੀ ਦਾ ਰਿਸ਼ਤਾ ਵੀ ਕਰਾਂਗਾ। ਸ਼ਾਹਬਾਜ਼ ਸਿੰਘ ਕਹਿੰਦੇ ਫਿਰ? ਕਹਿੰਦੇ ਵੀ ਗੱਲ ਇਹ ਆ ਵੀ ਤੂੰ ਆਪਣਾ ਧਰਮ ਤਬਦੀਲ ਕਰਕੇ ਤੈਨੂੰ ਮੁਸਲਮਾਨੀ ਸ਼ਰ੍ਹਾ ਵਿੱਚ ਆਉਣਾ ਪਏਗਾ। ਸ਼ਾਹਬਾਜ਼ ਸਿੰਘ ਕਹਿਣ ਲੱਗੇ ਵੀ ਭਾਈ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਤੇ ਸਾਡਾ ਸਾਨੂੰ ਮੁਬਾਰਕ। ਇੱਕ ਤਾਂ ਲੜਕੀ ਦਾ ਰਿਸ਼ਤਾ ਕਰਨਾ, ਦੂਜੇ ਪਾਸੇ ਆਖੇ ਤੇਰੇ ਲਾ ਕੇ ਧਰਮ ਵੀ ਛੱਡ ਦੇਵਾਂ, ਇਹ ਨਹੀਂ ਹੋ ਸਕਦਾ।
ਜਦੋਂ ਇਹ ਬਚਨ ਨਾ ਮੰਨਿਆ, ਕਾਜੀ ਕਹਿੰਦਾ ਵੀ ਮੇਰਾ ਆਖਿਆ ਵੱਡੇ ਵੱਡੇ ਰਾਜੇ ਮਹਾਰਾਜੇ ਮੰਨ ਲੈਂਦੇ ਨੇ, ਉਹ ਭਲਿਆ ਇੱਕ ਪਾਸੇ ਤਾਂ ਰਿਸ਼ਤਾ ਕਰਾਂਗਾ ਸਹੂਲਤਾਂ ਮਿਲਣੀਆਂ, ਦੂਜੇ ਪਾਸੇ ਹੋ ਸਕਦਾ ਫਾਂਸੀ ਦੇ ਦੇਣ ਅਗਲੇ ਮੇਰੇ ਆਖਣ ਤੋਂ। ਸ਼ਾਹਬਾਜ਼ ਸਿੰਘ ਕਹਿੰਦੇ ਕੋਈ ਪਰਵਾਹ ਨਹੀਂ। ਸੰਖੇਪ 'ਚ ਹੀ ਬੇਨਤੀ ਕਰ ਰਿਹਾ ਬਈ ਜਲਦੀ ਨਾਲ ਇਹਨੇ ਆਪਣੇ ਵੱਲੋਂ ਝੂਠੀਆਂ ਮੂਠੀਆਂ ਤੋਹਮਤਾਂ ਲਾ ਕੇ ਜ਼ਕਰੀਏ ਦੇ ਕੰਨ ਭਰ ਦਿੱਤੇ। ਪਿਓ ਪੁੱਤਾਂ ਨੂੰ ਦੋਨਾਂ ਨੂੰ ਬੰਦੀ ਬਣਾ ਲਿਆ। 1745-46 ਦੀਆਂ ਘਟਨਾਵਾਂ ਨੇ। ਭਾਵੇਂ ਜ਼ਕਰੀਆ ਪਹਿਲਾਂ ਚੜ੍ਹਾਈ ਕਰ ਗਿਆ, ਇਹਨਾਂ ਨੂੰ ਬਾਅਦ ਦੇ ਵਿੱਚ ਚਰਖੀਆਂ ਤੇ ਚਾੜਿਆ ਗਿਆ, ਪਰ ਬੰਦੀ ਜ਼ਕਰੀਏ ਦੇ ਹੁੰਦਿਆਂ ਬਣਾਇਆ ਗਿਆ ਸੀ। ਹੁਣ ਦੋਨਾਂ ਪਿਓ ਪੁੱਤਾਂ ਨੂੰ ਅੱਡ-ਅੱਡ ਕਮਰਿਆਂ ਦੇ ਵਿੱਚ ਬੰਦ ਕੀਤਾ। ਪਹਿਲਾਂ ਪਿਓ ਨੂੰ ਕਹਿੰਦੇ ਨੇ ਸ਼ਬੇਗ ਸਿੰਘਾ, ਕਹਿੰਦੇ ਤੇਰਾ ਇੱਕੋ ਇੱਕ ਪੋਤਾ ਦੇਖ ਲਾ, ਅੱਗੇ ਅੰਸ ਬੰਸ ਤੇਰੀ ਬੰਦ ਹੋ ਜਾਣੀ, ਹੀਰੇ ਵਰਗਾ ਤੇਰਾ ਪੋਤਾ, ਨਾਲੇ ਆਪਦੀ ਜਾਨ ਗਵਾਏਗਾ ਨਾਲੇ ਪੁੱਤ ਦੀ ਗਵਾਏਗਾ। ਪੁੱਤ ਨੂੰ ਸਮਝਾ, ਨਾਲੇ ਤੂੰ ਸਮਝਿਆ ਵੀ ਤੁਸੀਂ ਸਿੱਖਾਂ ਦੇ ਘਰੇ ਜੰਮ ਕੇ ਕੀ ਖੱਟਿਆ, ਅੱਜ ਤੱਕ ਤੁਹਾਨੂੰ ਸਾਰੀਆਂ ਹੀ ਸਹੂਲਤਾਂ ਮਿਲਣਗੀਆਂ। ਭਾਈ ਸ਼ਬੇਗ ਸਿੰਘ ਨਾ ਮੰਨੇ। ਦੂਜੇ ਪਾਸੇ ਸ਼ਾਹਬਾਜ਼ ਸਿੰਘ ਦੇ ਕੋਲ ਗਏ ਤੇ ਉਹਨੂੰ ਜਾ ਕੇ ਕਹਿਣ ਲੱਗੇ, ਸ਼ਾਹਬਾਜ਼ ਸਿੰਘਾ, ਉਹ ਭਲਿਆ ਮਾਨਸਾ ਤੇਰੀ ਜਵਾਨੀ ਦੀ ਉਮਰ ਆ, ਖਾਣ ਹੰਡਾਉਣ ਦੀ ਤੇਰੀ ਉਮਰ ਆ, ਉਹ ਤੂੰ ਧਰਮ ਛੱਡਣ ਵਾਸਤੇ ਤਿਆਰ ਨਹੀਂ, ਤੇਰੇ ਬਾਪੂ ਨੇ ਤਾਂ ਉਧਰ ਹਾਂ ਕਰਤੀ ਸਾਨੂੰ। ਅੱਗੋਂ ਸ਼ਾਹਬਾਜ਼ ਸਿੰਘ ਕਹਿੰਦਾ ਵੀ ਪਹਿਲੀ ਗੱਲ ਤਾਂ ਮੈਨੂੰ ਪੂਰਨ ਭਰੋਸਾ ਵੀ ਮੇਰੇ ਬਾਪੂ ਨੇ ਹਾਂ ਨਹੀਂ ਕੀਤੀ, ਉਹ ਕਦੇ ਧਰਮ ਛੱਡਣ ਵਾਲਾ ਨਹੀਂ। ਦੂਜੀ ਗੱਲ, ਮੇਰਾ ਗੁਰੂ ਮੈਨੂੰ ਇਹ ਗੱਲ ਸਮਝਾਉਂਦਾ ਵੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਮੇਰੇ ਬਾਪੂ ਨੇ ਤਾਂ ਇੱਕ ਗੱਲ ਸਮਝਾਈ ਆ ਵੀ ਜਿੱਦਾਂ ਦੇ ਕੋਈ ਕਰਮ ਕਰੇਗਾ ਉਦਾਂ ਦਾ ਫਲ ਭੋਗੇਗਾ। ਕੋਈ ਗੱਲ ਨਹੀਂ, ਬਾਪੂ ਦੀ ਮਰਜ਼ੀ, ਉਹ ਜੋ ਮਰਜ਼ੀ ਕਰੇ, ਮੈਂ ਤਾਂ ਗੁਰੂ ਵੱਲੋਂ ਮੁੱਖ ਨਹੀਂ ਮੋੜੂੰਗਾ। ਮੇਰੇ ਗੁਰੂ ਨੇ ਇਹ ਗੱਲ ਸਮਝਾਈ ਆ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਦੋਨਾਂ ਨੇ ਜਵਾਬ ਦੇ ਦਿੱਤਾ, ਫਤਵਾ ਲਾਇਆ ਗਿਆ ਵੀ ਇਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਏ। ਜਿਹੜੇ ਇੰਡੀਆ ਤੋਂ ਆਏ ਨੇ ਉਹਨਾਂ ਨੇ ਦੇਖਿਆ ਇੱਕ ਰੂੰ ਕੱਤਣ ਵਾਲਾ ਚਰਖਾ ਹੁੰਦਾ, ਇੱਦਾਂ ਦੀਆਂ ਦੋ ਚਰਖੀਆਂ ਹੁੰਦੀਆਂ, ਉਹਨਾਂ ਦਾ ਕੁਝ ਹਿੱਸਾ ਖਾਲੀ ਛੱਡਿਆ ਜਾਂਦਾ, ਕੁਝ ਦੇ ਉੱਤੇ ਕਿੱਲ ਲਾਏ ਜਾਂਦੇ ਨੇ। ਸਾਫ਼ ਥਾਂ ਤੇ ਆਦਮੀ ਨੂੰ ਬੰਨ੍ਹ ਦਿੱਤਾ ਜਾਂਦਾ, ਦੂਜੇ ਪਾਸੇ ਵਾਲੇ ਚਰਖੇ ਦੇ ਕਿੱਲ ਆਣ ਕੇ ਪਸਲੀਆਂ ਦੇ ਵਿੱਚ ਖੁੱਭ ਜਾਂਦੇ ਨੇ, ਗੇੜਾ ਆ ਜਾਂਦਾ। ਵੱਡੀ ਸਾਰੀ ਚਰਖੀ ਤੇ ਇੱਕ ਥਾਂ ਤੇ ਪੁੱਤ ਨੂੰ ਬੰਨ੍ਹ ਲਿਆ, ਇੱਕ ਥਾਂ ਤੇ ਪਿਓ ਨੂੰ ਬੰਨ੍ਹ ਲਿਆ। ਤੇ ਕਾਜੀ ਫਤਵਾ ਦੇ ਕੇ ਪਾਸੇ ਬੈਠਾ ਜਲਾਦ ਚਰਖਾ ਘੁਮਾਉਣ ਵਾਸਤੇ ਤਿਆਰੀ 'ਚ ਨੇ। ਨਾਲ ਕਹਿੰਦੇ ਅਜੇ ਵੀ ਸ਼ਬੇਗ ਸਿੰਘਾ ਕੁਝ ਨਹੀਂ ਵਿਗੜਿਆ, ਆਪਣੀ ਕੁੱਲ ਰੱਖ ਲਾ। ਤੇ ਅੱਗੋਂ ਸ਼ਬੇਗ ਸਿੰਘ ਨੇ ਜਵਾਬ ਦਿੱਤਾ, ਕਹਿੰਦੇ ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਸਾਡੀ ਖਾਤਰ ਗੁਰੂ ਨੇ ਆਪਣੇ ਸਾਰੇ ਫਰਜ਼ੰਦ ਵਾਰ ਦਿੱਤੇ। ਇੱਕ ਸਿੱਖ ਦੀ ਗੋਦੀ ਵਿੱਚ ਬੈਠੇ ਬੱਚੇ ਦੇ ਵਿੱਚੋਂ ਮੇਰਾ ਦਸ਼ਮੇਸ਼ ਪਾਤਸ਼ਾਹ ਆਪਣੇ ਅਜੀਤ ਤੇ ਜੁਝਾਰ ਸਿੰਘ ਦੇ ਦਰਸ਼ਨ ਕਰਨੇ ਚਾਹੁੰਦਾ, ਮੈਂ ਆਪਣੀ ਕੁਲ ਨੂੰ ਬਚਾ ਕੇ ਕਿੱਥੇ ਲੈ ਕੇ ਜਾਣਾ। ਕੀ ਕੀਤਾ, ਚਰਖੜੀਆਂ ਚਲਾ ਦਿੱਤੀਆਂ। ਜਦੋਂ ਰੂੰ ਵਾਂਗੂ ਤਨ ਪਿੰਜਿਆ ਜਾ ਰਿਹਾ, ਇੱਕ ਪਾਸੇ ਸ਼ਬੇਗ ਸਿੰਘ ਦੇ ਆਣ ਕੇ ਉਹ ਤਿੱਖੇ ਕਿੱਲ ਵੱਜਦੇ ਨੇ, ਬਾਪੂ ਦੇ ਮੂੰਹ ਤੇ ਆਣ ਕੇ ਖੂਨ ਦੀਆਂ ਪੁਹਾਰਾਂ ਪੈਂਦੀਆਂ ਨੇ। ਦੂਜੇ ਪਾਸੇ ਬਾਪੂ ਦੇ ਉਹ ਤਿੱਖੇ ਦੰਦੇ ਵੱਜਦੇ ਨੇ ਤੇ ਪੁੱਤ ਦਾ ਮੂੰਹ ਆ ਜਿਹੜਾ ਸਾਰਾ ਖੂਨ ਨਾਲ ਭਿੱਜ ਜਾਂਦਾ। ਇਸੇ ਤਰ੍ਹਾਂ ਦੋਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਐਸੀ ਸਿੱਖਿਆ ਪੁੱਤ ਨੂੰ ਦਿੱਤੀ ਸੀ, ਐਸਾ ਧਰਮ ਦਾ ਧਾਰਨੀ ਬਾਪੂ ਆਪ ਸੀ, ਨੇਮੀ ਤੇ ਪ੍ਰੇਮੀ ਸੀ, ਆਪਣਾ ਧਰਮ ਨਹੀਂ ਛੱਡਿਆ। ਪਰ ਕਹਿੰਦੇ ਆਪਣਾ ਸਰੀਰ ਜਿਹੜਾ ਸੀ ਚਰਖੜੀਆਂ ਤੇ ਚਾੜ ਕੇ ਸ਼ਹੀਦ ਹੋ ਗਏ। ਅੱਜ ਵੀ ਉਹਨਾਂ ਮਰਜੀਵੜਿਆਂ ਨੂੰ ਅਰਦਾਸ ਵਿੱਚ ਆਪਾਂ ਚੇਤੇ ਕਰਦੇ ਹਾਂ, ਜਿਨ੍ਹਾਂ ਨੇ ਰੰਬੀਆਂ ਨਾਲ ਖੋਪਰ ਲੋਹਾਏ, ਚਰਖੜੀਆਂ ਤੇ ਚਾੜੇ ਗਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਇਹ ਉਹ ਬਾਪੂ ਸੀ ਜਿਹਨੇ ਸਿੱਖੀ ਦੇ ਅਸੂਲਾਂ ਨੂੰ ਨਿਭਾਇਆ। ਸਿੱਖ ਇਤਿਹਾਸ ਦੇ ਵਿੱਚੋਂ ਉਹਨਾਂ ਬਜ਼ੁਰਗਾਂ ਦਾ ਜੀਵਨੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਜਿਨ੍ਹਾਂ ਨੇ ਰੋਲ ਮਾਡਲ ਬਣ ਕੇ ਸਿੱਖੀ ਵਾਸਤੇ ਬਹੁਤ ਵੱਡੇ ਪੂਰਨੇ ਪਾਏ ਨੇ। ਦੂਜੇ ਜਿਸ ਸਤਿਕਾਰਯੋਗ ਗੁਰੂ ਕੇ ਪਿਆਰੇ ਦੀ ਮੈਂ ਗੱਲ ਕਰਨ ਲੱਗਾ, ਇਹਦਾ ਨਾਂ ਹੈ ਮਹਿਤਾਬ ਸਿੰਘ। ਸਿੱਖਾਂ ਤੇ ਐਸਾ ਸਮਾਂ ਆਇਆ, ਘਰ ਘਾਟ ਉਜਾੜ ਦਿੱਤੇ। ਸਿੰਘ ਜੰਗਲਾਂ ਬੇਲਿਆਂ ਦੇ ਵਿੱਚ ਚਲੇ ਗਏ। ਜੰਗਲਾਂ ਬੇਲਿਆਂ ਦੇ ਵਿੱਚ ਵੀ ਗਸ਼ਤੀ ਟੁਕੜੀਆਂ ਫਿਰਦੀਆਂ, ਸ਼ਹਿ ਲਾ ਕੇ ਬੈਠੀਆਂ ਰਹਿੰਦੀਆਂ। ਜਦੋਂ ਕਿਤੇ
ਸਿੰਘ ਘੋੜੇ ਲੈ ਕੇ ਲੰਘਦੇ ਜਾਂ ਪੈਦਲ ਤੁਰਦੇ, ਸੁੱਕੇ ਪੱਤਿਆਂ ਦੇ ਉੱਤੋਂ ਦੀ ਜਦੋਂ ਲੰਘਦੇ, ਟਿਕੇ ਹੋਏ ਜੰਗਲ ਦੇ ਵਿੱਚ ਆਵਾਜ਼ ਸਰਕ ਸਰਕ ਦੀ ਦੂਰ ਤੱਕ ਆਉਂਦੀ ਆ। ਤੇ ਉਸ ਸਮੇਂ ਦੇ ਇਹ ਗੀਤ ਬਣ ਚੁੱਕੇ ਸੀ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਜਾਣੀ ਕਿ ਜਦੋਂ ਪੱਤੇ ਵੀ ਖੜਕਦੇ ਨੇ ਉਦੋਂ ਸਿੰਘਾਂ ਤੇ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਐਸੇ ਸਮੇਂ ਵਿੱਚ ਮਹਿਤਾਬ ਸਿੰਘ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਘਰੇ ਆ ਗਏ ਨੇ। ਇਹ ਅੱਜ ਵਾਲਾ ਸਮਾਂ ਨਹੀਂ ਸੀ। ਅੱਜ ਤਾਂ ਸੁੱਖ ਸਹੂਲਤਾਂ ਦੇ ਮਿਲਦਿਆਂ ਹੋਇਆਂ ਵੀ ਅਸੀਂ ਦਸ਼ਮੇਸ਼ ਪਾਤਸ਼ਾਹ ਦੀ ਸਿੱਖੀ ਨੂੰ ਤਲਾਂਜਲੀ ਦਿੱਤੀ ਹੋਈ ਆ। ਉਸ ਸਮੇਂ ਪਤਾ ਸੀ ਵੀ ਜਿਹਨੇ ਅੰਮ੍ਰਿਤ ਛਕ ਲਿਆ ਸੀਸ ਤਲੀ ਤੇ ਹੀ ਰੱਖਣਾ ਪੈਣਾ। ਉਹ ਐਸਾ ਸਮਾਂ ਸੀ ਜਦੋਂ ਦੀ ਮੈਂ ਗੱਲ ਕਰ ਰਿਹਾ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ। ਮਹਿਤਾਬ ਸਿੰਘ ਅੰਮ੍ਰਿਤ ਛਕ ਕੇ ਘਰ ਆ ਗਏ ਨੇ ਤੇ ਅੱਜ ਰਾਤ ਨੂੰ ਪਏ ਹੋਏ ਨੇ ਆਪਣੇ ਪੁੱਤ ਨੂੰ ਨਾਲ ਲੈ ਕੇ। ਘਰ ਵਾਲੀ ਪਹਿਲਾਂ ਚੜ੍ਹਾਈ ਕਰ ਚੁੱਕੀ ਆ, ਨਿੱਕਾ ਜਿਹਾ ਆਪਣਾ ਪੁੱਤਰ ਆ ਜਿਹਦਾ ਨਾਂ ਇਤਿਹਾਸ ਵਿੱਚ ਰਾਏ ਸਿੰਘ ਲਿਖਿਆ, ਉਹਨੂੰ ਨਾਲ ਲੈ ਕੇ ਪਏ ਹੋਏ ਨੇ ਤੇ ਪਾਸੇ ਮਾਰੀ ਜਾਂਦੇ ਨੇ, ਕਰਵਟਾਂ ਬਦਲੀ ਜਾਂਦੇ ਨੇ। ਰਾਤ ਕਾਫੀ ਲੰਘ ਗਈ, ਨਾਲ ਪਿਆ ਪੁੱਤ ਪੁੱਛਦਾ ਰਾਏ ਸਿੰਘ, ਬਾਪੂ ਕੀ ਗੱਲ ਅੱਜ ਨੀਂਦ ਨਹੀਂ ਆ ਰਹੀ? ਤਾਂ ਅੱਗੋਂ ਬਾਪੂ ਕਹਿੰਦਾ ਵੀ ਸੱਚਮੁੱਚ ਅੱਜ ਨੀਂਦ ਨਹੀਂ ਆ ਰਹੀ। ਪੁੱਤ ਪੁੱਛਦਾ, ਬਾਪੂ ਕੋਈ ਜ਼ਿਆਦਾ ਖੇਚਲ ਕਰ ਲਈ ਹੋਏਗੀ, ਕੋਈ ਸਰੀਰ ਨੂੰ ਕਿਸੇ ਤਰੀਕੇ ਦੀ ਕੋਈ ਬਿਮਾਰੀ ਤਾਂ ਨਹੀਂ? ਬਾਪੂ ਕਹਿਣ ਲੱਗਾ ਵੀ ਖੇਚਲ ਤਾਂ ਹੈ ਇੱਕ ਬਹੁਤ ਵੱਡੀ, ਪਰ ਸਰੀਰਕ ਬਿਮਾਰੀ ਵਾਲੀ ਕਹਾਣੀ ਨਹੀਂ ਪੁੱਤਰਾ। ਕੀ ਕਹਾਣੀ ਆ? ਅੱਗੋਂ ਮਹਿਤਾਬ ਸਿੰਘ ਕਹਿਣ ਲੱਗਾ ਵੀ ਇੱਕ ਪਾਸੇ ਕੌਮ ਦੇ ਫਰਜ਼ ਨੇ, ਦੂਜੇ ਪਾਸੇ ਮੈਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ। ਜੇ ਮੈਂ ਕੇਵਲ ਘਰ ਪਰਿਵਾਰ ਵਾਸਤੇ ਜਿਉਂ ਕੇ ਚੜ੍ਹਾਈ ਕਰ ਜਾਵਾਂ ਇਹ ਵੀ ਬਹੁਤੀ ਚੰਗੀ ਗੱਲ ਨਹੀਂ। ਮੈਂ ਦਸ਼ਮੇਸ਼ ਪਾਤਸ਼ਾਹ ਦੇ ਖੰਡੇ ਦੀ ਪਾਹੁਲ ਲੈ ਕੇ ਆਇਆ, ਮੇਰਾ ਸੀਸ ਕੌਮ ਦੇ ਲੇਖੇ ਲੱਗਣਾ ਚਾਹੀਦਾ। ਪਰ ਜਦੋਂ ਮੈਂ ਮਮਤਾ ਘਰ ਪਰਿਵਾਰ ਵੱਲੀ ਦੇਖਦਾ, ਮੈਨੂੰ ਤੂੰ ਚੇਤੇ ਆਉਣਾ ਵੀ ਜੇ ਤੇਰੀ ਮਾਂ ਹੁੰਦੀ ਮੈਂ ਉਹਦੇ ਕੋਲੇ ਤੈਨੂੰ ਛੱਡ ਕੇ ਕੌਮੀ ਫਰਜ਼ਾਂ ਵਾਸਤੇ ਤੁਰ ਜਾਂਦਾ। ਮੇਰੇ ਵਾਸਤੇ ਇਹ ਵੀ ਜ਼ਰੂਰੀ ਗੱਲ ਹੈ, ਇੱਕ ਪਾਸੇ ਤੇਰੀ ਮਮਤਾ ਵੀ ਹੈ, ਦੂਜੇ ਪਾਸੇ ਕੌਮੀ ਫਰਜ਼ ਨੇ। ਮੇਰਾ ਫਰਜ਼ ਬਣਦਾ ਗੁਰੂ ਕੇ ਮਰ ਜੀਵੜੇ ਸੀਸ ਤਲੀ ਤੇ ਰੱਖ ਕੇ ਜੰਗਲਾਂ ਬੇਲਿਆਂ ਦੇ ਵਿੱਚ ਘੁੰਮਦੇ ਤੇ ਕੁਰਬਾਨੀਆਂ ਕਰਦੇ ਨੇ, ਮੈਨੂੰ ਯੋਗਦਾਨ ਪਾਉਣਾ ਚਾਹੀਦਾ। ਇੱਦਾਂ ਨਾਲ ਹੀ ਪੁੱਤ ਨਾਲ ਗੱਲਾਂ ਬਾਤਾਂ ਕਰਦਿਆਂ ਰਾਤ ਅੱਧੀ ਕੁ ਲੰਘ ਗਈ। ਆਪਣੇ ਪੁੱਤ ਨੂੰ ਉਂਗਲ ਲਾ ਲਿਆ ਤੇ ਨਗਰ ਦੇ ਵਿੱਚ ਹੀ ਇੱਕ ਦੋਸਤ ਆ ਜਿਹੜਾ ਹਿੰਦੂ ਪਰਿਵਾਰ ਵਿੱਚੋਂ ਆ, ਮਹਿਤਾਬ ਸਿੰਘ ਨੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੜਕਾਇਆ ਨਾ, ਉਹਦਾ ਨਾਂ ਨੱਥੂ ਰਾਮ ਕਰਕੇ ਲਿਖਿਆ। ਨੱਥੂ ਰਾਮ ਨੇ ਦਰਵਾਜ਼ਾ ਖੋਲ੍ਹਿਆ। ਦੋਨਾਂ ਦੀ ਆਪਸ ਵਿੱਚ ਮਹਿਤਾਬ ਸਿੰਘ ਤੇ ਨੱਥੂ ਰਾਮ ਦੀ ਮਿੱਤਰਤਾ। ਦਰਵਾਜ਼ਾ ਖੋਲ੍ਹ ਕੇ ਨੱਥੂ ਰਾਮ ਕਹਿਣ ਲੱਗਾ, ਮਹਿਤਾਬ ਸਿੰਘਾ ਖੈਰ ਆ, ਇਸ ਵੇਲੇ ਆਇਆ ਤੂੰ? ਮਹਿਤਾਬ ਸਿੰਘ ਕਹਿਣ ਲੱਗਾ ਵੀ ਖੈਰ ਆ, ਦਰਅਸਲ ਮੈਂ ਗੁਰੂ ਦੇ ਲੜ ਲੱਗ ਗਿਆ, ਮੈਂ ਅੱਜ ਅੰਮ੍ਰਿਤ ਛਕਿਆ ਆ। ਤੇ ਨੱਥੂ ਰਾਮ ਕਹਿੰਦਾ, ਭਾਈ ਇਹ ਤਾਂ ਭਾਗਾਂ ਵਾਲੀ ਗੱਲ ਆ ਵੀ ਤੂੰ ਗੁਰੂ ਦੇ ਲੜ ਲੱਗ ਗਿਆ। ਉਹ ਕਹਿਣ ਲੱਗੇ ਵੀ ਗੱਲ ਤਾਂ ਭਾਗਾਂ ਵਾਲੀ ਆ। ਮਹਿਤਾਬ ਸਿੰਘ ਕਹਿਣ ਲੱਗੇ, ਦੂਜੇ ਪਾਸੇ ਆਪਾਂ ਦੋਨੇ ਮਿੱਤਰਾਂ, ਮੈਂ ਕੌਮ ਦੇ ਕੰਮ ਆਉਣਾ ਚਾਹੁੰਦਾ, ਨਾਲ ਦੀ ਨਾਲ ਆ ਬੱਚਾ ਮੇਰੀ ਘਰ ਵਾਲੀ ਪਹਿਲਾਂ ਚੜ੍ਹਾਈ ਕਰ ਚੁੱਕੀ ਆ, ਨਾਲ ਇਹਦੇ ਪਾਲਣ ਪੋਸ਼ਣ ਦੀ ਵੀ ਜ਼ਿੰਮੇਵਾਰੀ ਹੈ, ਇਹਨੂੰ ਕਿਹਦੇ ਕੋਲੇ ਛੱਡਿਆ ਜਾਏ? ਤੇ ਅੱਗੋਂ ਨੱਥੂ ਰਾਮ ਕਹਿਣ ਲੱਗਾ ਵੀ ਗੱਲ ਹੀ ਕੋਈ ਨਹੀਂ, ਜੇ ਪੁੱਤ ਮੇਰੇ ਨੇ ਉਹ ਜੇ ਤੇਰੇ, ਮੈਂ ਕੋਈ ਫਰਕ ਨਹੀਂ ਸਮਝਾਂਗਾ, ਮੈਂ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਾਂ। ਤੇ ਅੱਗੋਂ ਮਹਿਤਾਬ ਸਿੰਘ ਕਹਿੰਦਾ, ਵੇਖੀ ਕਿਤੇ ਜੇ ਪੁੱਤ ਤੇਰੇ ਆ ਉਹ ਜੇ ਮੇਰੇ, ਇਹ ਕਹਾਣੀ ਨਹੀਂ। ਨੱਥੂ ਰਾਮ ਕਹਿੰਦਾ, ਕੀ ਗੱਲ? ਮਹਿਤਾਬ ਸਿੰਘ ਕਹਿਣ ਲੱਗਾ ਵੀ ਤੁਸੀਂ ਦਰਅਸਲ ਆਪਣੇ ਬੱਚਿਆਂ ਦੇ ਕੇਸ ਕਤਲ ਕਰ ਦਿੰਦੇ ਹੋ। ਮੇਰੇ ਵਾਸਤੇ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਦਸ਼ਮੇਸ਼ ਪਾਤਸ਼ਾਹ ਸਿੱਖ ਦੀ ਗੋਦੀ ਵਿੱਚ ਬੈਠੇ ਹੋਏ ਪੁੱਤ ਵਿੱਚੋਂ ਆਪਣੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਮੇਰੇ ਵਾਸਤੇ ਇਹ ਅਜੀਤ ਤੇ ਜੁਝਾਰ ਹੈ, ਮੇਰੇ ਵਾਸਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਹੈ। ਤੁਸੀਂ ਆਪਣੇ ਬੱਚਿਆਂ ਦੇ ਕੇਸ ਕਤਲ ਕਰਦੇ ਹੋ, ਜੇ ਮੇਰੇ ਨਾਲ ਮਿੱਤਰਤਾ, ਮੇਰੇ ਨਾਲ ਇੱਕ ਵਾਅਦਾ ਕਰੋ ਵੀ ਤੁਸੀਂ ਮੇਰੇ ਪੁੱਤ ਦੇ ਕੇਸ ਕਤਲ ਨਹੀਂ ਕਰੋਗੇ, ਸਾਬਤ ਸੂਰਤ ਰੱਖੋਗੇ ਇਹਨੂੰ। ਅੱਗੋਂ ਨੱਥੂ ਰਾਮ ਕਹਿਣ ਲੱਗਾ ਵੀ ਆਪਣੀ ਇੰਨੀ ਦੇਰ ਦੀ ਮਿੱਤਰਤਾ, ਆਪਾਂ ਇੱਕ ਦੂਜੇ ਦੇ ਵਫਾਦਾਰ ਹਾਂ। ਮੈਨੂੰ ਪਤਾ ਵੀ ਤੁਹਾਡੀ ਸਿੱਖੀ ਦੇ ਸਿਧਾਂਤ ਕੀ ਨੇ, ਆਪਣੀ ਆਉਣੀ ਜਾਣੀ ਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਆਪਣੇ ਵੱਲੋਂ ਪੂਰਾ ਤਨਦੇਹੀ ਨਾਲ ਇਸ ਬੱਚੇ ਨੂੰ, ਇਹਦਾ ਪਾਲਣ ਪੋਸ਼ਣ ਵੀ ਕਰਾਂਗਾ, ਇਹਦੇ ਕੇਸ ਵੀ ਸਾਬਤ ਸੂਰਤ ਰੱਖਾਂਗਾ।
ਸਮਾਂ ਲੰਘਦਾ ਗਿਆ, ਜਦੋਂ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਆ, ਮੱਸਾ ਰੰਗੜ ਇੱਥੇ ਵੇਸਵਾਵਾਂ ਨੂੰ ਵੀ ਨਚਾਉਂਦਾ ਤੇ ਸ਼ਰਾਬ ਦੇ ਦੌਰ ਵੀ ਚੱਲਦੇ ਨੇ। ਕਿਸੇ ਨੇ ਜਾ ਕੇ ਬੀਕਾਨੇਰ ਦੀ ਧਰਤੀ ਤੇ ਬੁੱਢਾ ਜੋੜ, ਜਿੱਥੇ ਜਗ੍ਹਾ ਗੰਗਾ ਨਗਰ ਤੋਂ ਅੱਗੇ ਜਾ ਕੇ ਸਥਾਨ ਬਣਿਆ ਹੋਇਆ, ਇੱਥੇ ਜਾ ਕੇ ਕਿਸੇ ਨੇ ਖਬਰ ਦਿੱਤੀ ਵੀ ਹਰਮੰਦਰ ਸਾਹਿਬ ਦੀ ਇਸ ਤਰ੍ਹਾਂ ਨਾਲ ਬੇਅਦਬੀ ਹੋ ਰਹੀ ਆ। 2 ਸਿੰਘਾਂ ਦੀ ਡਿਊਟੀ ਲਾਈ ਗਈ ਵੀ ਜਾ ਕੇ ਉਸ ਮੱਸੇ ਰੰਗੜ ਨੂੰ ਚਾਟਾ ਛਕਾ ਕੇ ਆਉਣ, ਜਿਹੜਾ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਉਹਨੂੰ ਕੀਤੀ ਦਾ ਫਲ ਚਖਾਉਣਾ ਚਾਹੀਦਾ। ਇਹ 2 ਮਰ ਜੀਵੜਿਆਂ ਨੇ ਅਰਦਾਸ ਕਰਕੇ ਉੱਥੋਂ ਬੀਕਾਨੇਰ ਦੀ ਧਰਤੀ ਤੋਂ ਚਾਲੇ ਪਾਏ। ਇੱਕ ਦਾ ਨਾਂ ਹੈ ਸੁੱਖਾ ਸਿੰਘ ਤੇ ਦੂਜੇ ਦਾ ਨਾਂ ਹੈ ਮਹਿਤਾਬ ਸਿੰਘ। ਮੈਂ ਉਸੇ ਮਹਿਤਾਬ ਸਿੰਘ ਦੀ ਗੱਲ ਕਰ ਰਿਹਾ। ਮੱਸਾ ਰੰਗੜ ਜਿਹੜਾ ਸ਼ਰਾਬ ਦੇ ਵਿੱਚ ਧੁੱਤ ਬੈਠਾ ਵੇਸਵਾ ਨਾਚ ਕਰ ਰਹੀ ਆ, ਉਹ ਤੁਸੀਂ ਕਈ ਵਾਰੀ ਪਹਿਲਾਂ ਇਤਿਹਾਸ ਸੁਣਿਆ ਹੋਇਆ ਵੀ ਠਿਕਰੀਆਂ ਦਾ ਬਹਾਨਾ ਲਾ ਕੇ, ਮਾਮਲਾ ਦੇਣ ਦਾ ਬਹਾਨਾ ਲਾ ਕੇ ਅੱਗੇ ਚਲੇ ਗਏ। ਜਦੋਂ ਨੀਵੀਂ ਪਾ ਕੇ ਉਹ ਛਣਕ ਦੇਣੇ, ਜਦੋਂ ਠਿਕਰੀਆਂ ਦੀ ਆਵਾਜ਼ ਆਈ, ਨਿਉਂ ਕੇ ਉਹਨੇ ਦੇਖਿਆ ਵੀ ਸ਼ਾਇਦ ਸਿੱਕੇ ਨੇ। ਮੱਸੇ ਰੰਗੜ ਨੇ ਥੋੜ੍ਹਾ ਜਿਹਾ ਨੀਵਾਂ ਹੋ ਕੇ ਮੰਜੀ ਤੋਂ ਥੱਲੇ ਦੇਖਣ ਦੀ ਕੋਸ਼ਿਸ਼ ਕੀਤੀ। ਨਾਲ ਦੀ ਨਾਲ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਕੇ ਉਹਦਾ ਸਿਰ ਜਿਹੜਾ ਸੀ ਧੜ ਨਾਲੋਂ ਜੁਦਾ ਕਰ ਦਿੱਤਾ। ਉਸ ਸਿਰ ਨੂੰ ਨੇਜੇ ਦੇ ਉੱਤੇ ਟੰਗ ਕੇ ਸਿੰਘ ਜਕਾਰੇ ਛੱਡਦੇ ਹੋਏ ਬੀਕਾਨੇਰ ਦੀ ਧਰਤੀ ਤੇ ਪਹੁੰਚ ਗਏ। ਜਦੋਂ ਸਰਕਾਰ ਨੂੰ ਪਤਾ ਲੱਗਾ ਵੀ ਦਿਨ ਦੀਵੀਂ ਕੋਈ ਆਣ ਕੇ ਇੰਨੀ ਜੁਰਤ ਕੀਤੀ, ਆਪਾਂ ਕਹਿੰਦੇ ਸੀ ਸਿੰਘ ਰੂਹ ਪੋਸ਼ ਹੋ ਗਏ ਨੇ, ਉਹਨਾਂ ਦਾ ਖੁਰਾ ਖੋਜ ਮਟਾ ਦਿੱਤਾ। ਉਹ ਭਲਿਓ ਇਸ ਵੇਲੇ ਵੀ ਆਪਣੀ ਤਾਇਨਾਤ ਕੀਤੀ ਹੋਈ ਸਿਕਿਉਰਿਟੀ, ਆਪਣੇ ਫੌਜੀ ਸਾਰੇ ਪਾਸੇ ਨੇ, ਉਹਨਾਂ ਦੇ ਹੁੰਦਿਆਂ ਹੋਇਆਂ ਪਹਿਰੇ ਦੇ ਵਿੱਚ ਕੋਈ ਆਣ ਕੇ ਚੌਧਰੀ ਦਾ ਸਿਰ ਵੱਢ ਕੇ ਲੈ ਜਾਵੇ, ਬਾਕੀਆਂ ਦਾ ਕੀ ਬਣੇਗਾ। ਇਹ ਹੁਕਮ ਜਾਰੀ ਕੀਤੇ ਗਏ, ਇਹਨਾਂ ਦਾ ਘਰ ਘਾਟ ਉਜਾੜ ਦਿੱਤਾ ਜਾਵੇ। ਜੇ ਕੋਈ ਵੀ ਰਿਸ਼ਤੇਦਾਰ ਮਿਲਦਾ ਉਹਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ। ਜਦੋਂ ਇਹਨਾਂ ਦੇ ਘਰਦਿਆਂ ਨੂੰ, ਕਿਸੇ ਦੀ ਘਰਵਾਲੀ ਨੂੰ ਜਾਂ ਮਾਂ ਨੂੰ ਆਪਾਂ ਫੜ ਕੇ ਸਜ਼ਾਵਾਂ ਦੇਵਾਂਗੇ, ਇਹ ਆਪਣੇ ਆਪ ਪੇਸ਼ ਹੋ ਜਾਣਗੇ, ਨਹੀਂ ਘੱਟ ਤੋਂ ਘੱਟ ਬਦਲਾ ਲੈਣਾ ਚਾਹੀਦਾ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋਨਾਂ ਦੇ ਨਗਰਾਂ ਵਿੱਚ ਜਾ ਕੇ ਸਿਪਾਹੀਆਂ ਨੇ ਰੇਡ ਕੀਤੀ, ਇਹਨਾਂ ਨੂੰ ਫੜਨ ਵਾਸਤੇ ਗਏ ਨੇ। ਭਾਈ ਮਹਿਤਾਬ ਸਿੰਘ ਦੇ ਨਗਰ ਵੀ ਪਹੁੰਚ ਗਏ। ਜਿਹੜੇ ਫੜਨ ਵਾਸਤੇ ਸਿਪਾਹੀ ਆਏ ਹੋਏ ਨੇ, ਇੱਕ ਚਰਸਤੇ ਵਿੱਚ ਜਾ ਕੇ ਬਜ਼ੁਰਗਾਂ ਨੂੰ ਮਹਿਤਾਬ ਸਿੰਘ ਦਾ ਘਰ ਪੁੱਛਦੇ ਨੇ। ਜਦੋਂ ਉੱਥੇ ਜਾ ਕੇ ਇਹ ਗੱਲ ਪੁੱਛਦੇ ਨੇ, ਹੋਰ ਵੀ ਕਈ ਬਜ਼ੁਰਗ ਉੱਥੇ ਖੜੇ ਨੇ, ਪਿੰਡ ਦੇ ਹੋਰ ਨਿਆਣੇ ਸਿਆਣੇ ਵੀ ਖੜੇ ਨੇ। ਜਿਹੜੇ ਸਿਪਾਹੀ ਪਕੜਨ ਵਾਸਤੇ ਆਏ ਨਾ, ਉਹ ਆਣ ਕੇ ਕਹਿਣ ਲੱਗੇ ਵੀ ਮਹਿਤਾਬ ਸਿੰਘ ਦੇ ਪਰਿਵਾਰ ਵਿੱਚੋਂ ਕੋਈ ਇੱਥੇ ਹੈ? ਉਹ ਨਗਰ ਵਾਲੇ ਕਹਿਣ ਲੱਗੇ ਵੀ ਹਾਂ ਹੈ। ਜਦੋਂ ਇਹ ਗੱਲ ਕਹੀ ਨਾ, ਇੰਨੇ ਨੂੰ ਉਹਨਾਂ ਬਜ਼ੁਰਗਾਂ ਦੇ ਵਿੱਚ ਸੱਥ ਵਿੱਚ ਜਿਹੜੇ ਬੰਦੇ ਬੈਠੇ ਨੇ, ਨੱਥੂ ਰਾਮ ਵੀ ਬੈਠਾ, ਜਿਹਦੇ ਕੋਲੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਛੱਡ ਕੇ ਆਇਆ। ਪੁੱਛਦੇ ਨੇ ਵੀ ਕੀ ਕਾਰਨ ਹੋਇਆ। ਉਹ ਸਿਪਾਹੀ ਕਹਿਣ ਲੱਗੇ ਵੀ ਭਾਈ ਦਿਨ ਦੀਵੀਂ ਚੌਧਰੀ ਮੱਸੇ ਰੰਗੜ ਦਾ ਸਿਰ ਸਿੰਘ ਵੱਢ ਕੇ ਲੈ ਗਏ, ਤੇ ਵੱਢ ਕੇ ਲੈ ਕੇ ਜਾਣ ਵਾਲੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸਰਕਾਰ ਵੱਲੋਂ ਉਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਨੇ। ਨਾਲ ਨਾਲ ਉਹਨਾਂ ਦੇ ਘਰ ਪਰਿਵਾਰ ਦਾ ਜਿਹੜਾ ਵੀ ਮਿਲ ਜਾਵੇ ਉਹਨੂੰ ਕੋਲੂ ਵਿੱਚ ਪੀੜਨ ਵਾਸਤੇ ਸਰਕਾਰ ਦਾ ਹੁਕਮ ਆ। ਅਸੀਂ ਉਹਨਾਂ ਦੇ ਰਿਸ਼ਤੇਦਾਰ ਕੋਈ ਵੀ ਮਿਲ ਜਾਵੇ ਫੜਨ ਵਾਸਤੇ ਆਏ ਆ। ਜਦੋਂ ਇਹ ਗੱਲ ਕਹੀ ਨਾ, ਹਜੇ ਪਿੰਡ ਦਾ ਕੋਈ ਹੋਰ ਬੰਦਾ ਦੱਸਦਾ, ਉਦੋਂ ਪਹਿਲਾਂ ਨੱਥੂ ਰਾਮ ਆਪ ਅੱਗੇ ਹੋ ਕੇ ਖੜਾ ਹੋ ਗਿਆ। ਕਹਿੰਦਾ ਜੀ ਵੀ ਫੇਰ ਤਾਂ ਬੜੀ ਮਾੜੀ ਗੱਲ ਕੀਤੀ। ਦਰਅਸਲ ਮਹਿਤਾਬ ਸਿੰਘ ਦਾ ਪੁੱਤ ਤਾਂ ਮੇਰੇ ਘਰੇ ਆ। ਅੱਗੋਂ ਨੱਥੂ ਰਾਮ ਕਹਿਣ ਲੱਗਾ ਵੀ ਮੈਨੂੰ ਦੱਸ ਕੇ ਗਿਆ ਸੀ, ਮੈਂ ਤਾਂ ਸੋਚਿਆ ਵੀ ਕਿਤੇ ਛਬੀਲ ਤੇ ਕਿਤੇ ਲੰਗਰਾਂ ਤੇ ਸੇਵਾ ਸੂਆ ਕਰਨ ਵਾਸਤੇ ਗਿਆ ਹੋਣਾ, ਮੈਨੂੰ ਕੀ ਪਤਾ ਸੀ ਏਡਾ ਵੱਡਾ ਇਹਨੇ ਕਾਰਾ ਕਰ ਦੇਣਾ, ਤਾਂ ਹਕੂਮਤ ਦਾ ਬਾਗੀ ਨਿਕਲਿਆ। ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਐਸੇ ਬੰਦੇ ਨੂੰ। ਤੁਸੀਂ ਇੱਥੇ ਰੁਕੋ, ਮੈਂ ਉਹਦੇ ਪੁੱਤ ਨੂੰ ਹੁਣੇ ਲੈ ਕੇ ਆਇਆ, ਉਹਨੂੰ ਪਤਾ ਲੱਗ ਜਾਵੇ ਗਾਂਹ ਵਾਸਤੇ ਕੋਈ ਹੋਰ ਹਕੂਮਤ ਦਾ ਬਾਗੀ ਨਾ ਹੋਵੇ। ਇਹ ਕਹਿ ਕੇ ਨੱਥੂ ਰਾਮ ਉਹਨਾਂ ਸਿਪਾਹੀਆਂ ਦੇ ਸਾਹਮਣੇ ਜਦੋਂ ਉਹਨਾਂ ਦੀ ਗੱਲਬਾਤ ਕੀਤੀ, ਉੱਥੇ ਉਡੀਕਣ ਲੱਗੇ। ਕਹਿੰਦਾ ਜੀ ਮੈਂ ਹੁਣੇ 2 ਮਿੰਟ ਵਿੱਚ ਲੈ ਕੇ ਆ, ਮੈਨੂੰ ਕੀ ਪਤਾ ਸੀ ਏਡਾ ਵੱਡਾ ਕਾਰਾ ਇਹਨੇ ਕਰਕੇ ਧਰ ਦੇਣਾ। ਨੱਥੂ ਰਾਮ ਘਰੇ ਗਿਆ, ਜਾ ਕੇ ਘਰ ਵਾਲੀ ਨੂੰ ਆਪਣੇ ਪੁੱਤਾਂ ਨੂੰ ਕਹਿਣ ਲੱਗਾ ਵੀ ਇਸ ਵੇਲੇ ਧਰਮ ਨਿਭਾਉਣ ਦਾ ਆਪਣਾ ਸਮਾਂ ਹੈ। ਮੈਂ ਕਿਸੇ ਸਮੇਂ ਆਪਣੇ ਦੋਸਤ ਨਾਲ ਇਹ ਵਾਅਦਾ ਕੀਤਾ ਸੀ ਵੀ ਮੈਂ ਤਨਦੇਹੀ ਨਾਲ ਤੇਰੇ ਬੱਚੇ ਨੂੰ ਸਿੱਖੀ ਦੇ ਵਿੱਚ ਕਾਇਮ ਵੀ ਰੱਖਾਂਗਾ, ਇਹ ਫਰਜ਼ ਵੀ ਮਰਦੇ ਦਮ ਤੱਕ ਨਿਭਾਵਾਂਗਾ। ਹੁਣ ਜਾਨ ਤੇ ਖੇਡ ਕੇ ਆਪਾਂ ਫਰਜ਼ ਨਿਭਾਉਣਾ। ਆਪਣੀ ਘਰ ਵਾਲੀ ਬੱਚਿਆਂ ਨੂੰ ਨਾਲ ਲਿਆ, ਮੂਹਰਲਾ ਦਰਵਾਜ਼ਾ ਬੰਦ ਆ, ਮਗਰਲੇ ਪਾਸੇ ਇੱਕ ਛੋਟੀ ਖਿੜਕੀ ਸੀ, ਉੱਧਰ ਉਹਦੇ ਨਿਕਲ ਗਏ। ਨਾਲ ਘਰ ਵਿੱਚ ਜੋ ਕੋਈ ਬੰਦੋਬਸਤ ਸੀ ਥੋੜ੍ਹਾ ਬਹੁਤਾ, ਕੋਈ ਹਥਿਆਰ, ਕੋਈ
ਟੋਕਾ ਜਾਂ ਕੋਈ ਕਿਰਪਾਨ ਸੀ ਉਹ ਵੀ ਨਾਲ ਲੈ ਲਈ। ਆਪ ਨਾਲ ਰਾਏ ਸਿੰਘ ਨੂੰ ਵੀ ਘੋੜੇ ਤੇ ਬਿਠਾ ਲਿਆ ਤੇ ਬਾਹਰ ਖੇਤਾਂ ਵੱਲ ਨੂੰ ਦੌੜ ਗਏ। ਕੁਝ ਸਮਾਂ ਸਿਪਾਹੀਆਂ ਨੇ ਉਡੀਕ ਕੀਤੀ ਤੇ ਨਾਲ ਕਹਿੰਦੇ ਵੀ ਅਜੇ ਤੱਕ ਨੱਥੂ ਰਾਮ ਆਇਆ ਨਹੀਂ, ਚਲੋ ਚੱਲ ਕੇ ਦੇਖੀਏ। ਜਾ ਕੇ ਦੇਖਿਆ ਦਰਵਾਜ਼ਾ ਬੰਦ ਆ, ਦਰਵਾਜ਼ਾ ਤੋੜ ਦਿੱਤਾ, ਦੇਖਿਆ ਘਰੇ ਕੋਈ ਵੀ ਨਹੀਂ। ਨਗਰ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਵੀ ਭਾਈ ਇਹ ਤਾਂ ਤੁਹਾਨੂੰ ਚੱਕਮਾਂ ਦੇ ਕੇ 4 ਗੱਲਾਂ ਸੁਣਾ ਕੇ ਉਹ ਤਾਂ ਨਿਕਲ ਗਿਆ ਸਮੇਂ ਨਾਲ। ਪੁਲਿਸ ਵਾਲਿਆਂ ਨੇ ਪਿੱਛਾ ਕੀਤਾ, ਇਹਨਾਂ ਕੋਲੇ ਪ੍ਰਬੰਧ ਵਧੇਰੇ ਸੀ। ਮਗਰੋਂ ਜਾਂਦਿਆਂ ਹੋਇਆਂ ਕੁਝ ਹੀ ਦੂਰੀ ਤੇ ਨੱਥੂ ਰਾਮ ਨੂੰ ਤੇ ਇਹਦੇ ਪੁੱਤਰਾਂ ਨੂੰ ਘੇਰ ਲਿਆ। ਥੋੜਾ ਬਹੁਤਾ ਮੁਕਾਬਲਾ ਕੀਤਾ ਉਸ ਥਾਂ ਤੇ। ਉਸ ਮੁਕਾਬਲੇ ਦੇ ਵਿੱਚ ਨੱਥੂ ਰਾਮ ਵੀ ਮੂਰਛਿਤ ਹੋ ਕੇ ਡਿੱਗ ਪਿਆ ਤੇ ਰਾਏ ਸਿੰਘ ਜਿਹੜਾ ਪੁੱਤਰ ਆ ਮਹਿਤਾਬ ਸਿੰਘ ਦਾ, ਉਹਦੇ ਵੀ ਕਾਫੀ ਜ਼ਖਮ ਲੱਗੇ। ਦੋਨੇ ਮੂਰਛਿਤ ਹੋ ਕੇ ਡਿੱਗ ਪਏ। ਇਹ ਮਰੇ ਹੋਏ ਸਮਝ ਕੇ ਦੋਨਾਂ ਨੂੰ ਛੱਡ ਕੇ ਚਲੇ ਗਏ। ਜਦੋਂ ਨੱਥੂ ਰਾਮ ਨੂੰ ਹੋਸ਼ ਆਈ, ਉਹਨੇ ਦੁਬਾਰਾ ਫੇਰ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਸੰਭਾਲਿਆ। ਸੰਭਾਲ ਕੇ ਉਹਦੀ ਮਲਮ ਪੱਟੀ ਕੀਤੀ, ਉਹਨੂੰ ਦੁਬਾਰਾ ਫੇਰ ਠੀਕ ਕੀਤਾ। ਗੁਪਤ ਥਾਂ ਤੇ ਰਹਿ ਕੇ ਉਹਦਾ ਪਾਲਣ ਪੋਸ਼ਣ ਕਰਦਾ ਰਿਹਾ। ਮਹਿਤਾਬ ਸਿੰਘ ਦਾ ਪੁੱਤ ਰਾਏ ਸਿੰਘ ਇਹ ਵੀ ਸਿੱਖਾਂ ਦੇ ਕੰਮ ਆਇਆ। ਉਸ ਤੋਂ ਬਾਅਦ ਇਸੇ ਰਾਏ ਸਿੰਘ ਦਾ ਜਿਹੜਾ ਪੁੱਤਰ ਸੀ ਨਾ, ਉਹਦਾ ਨਾਂ ਹੈ ਰਤਨ ਸਿੰਘ ਭੰਗੂ, ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ। ਇਹ ਉਸੇ ਖਾਨਦਾਨ ਵਿੱਚੋਂ ਹੈ, ਭਾਈ ਮਹਿਤਾਬ ਸਿੰਘ। ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਤੇ ਅੱਗੋਂ ਉਹਦਾ ਪੁੱਤਰ ਹੈ ਰਤਨ ਸਿੰਘ। ਇਹ ਸਾਰੀ ਲਾਗ ਘਰ ਦੇ ਵਿੱਚੋਂ ਬਾਪੂ ਦੀ ਦਿੱਤੀ ਹੋਈ ਸਿੱਖਿਆ ਤੋਂ ਲੱਗੀ। ਅੱਗੇ ਤੀਜੇ ਬਾਪੂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਵੱਡੇ ਘੱਲੂਘਾਰੇ ਦੀ ਗੱਲ ਆਪਾਂ ਉਦੋਂ ਸੰਖੇਪ ਮਾਤਰੀ ਕੀਤੀ ਸੀ। ਛੋਟੇ ਘੱਲੂਘਾਰੇ ਦੀ ਗੱਲ ਆਪਾਂ ਪਿਛਲੇ ਦੀਵਾਨਾਂ ਵਿੱਚ ਕੀਤੀ ਸੀ। ਵੱਡਾ ਘੱਲੂਘਾਰਾ ਸੰਨ 1762 ਵਿੱਚ ਵਾਪਰਦਾ ਹੈ। ਅਬਦਾਲੀ ਨੇ ਫੌਜਾਂ ਸਮੇਤ ਹਮਲਾ ਕੀਤਾ। ਇੱਕੋ ਦਿਨ ਵਿੱਚ ਤਕਰੀਬਨ 35,000 ਕੌਮ ਸ਼ਹੀਦ ਕਰ ਦਿੱਤੀ। ਸਿੱਖ ਕੌਮ ਅੱਧਿਓਂ ਵੱਧ ਸ਼ਹੀਦ ਕਰ ਦਿੱਤੀ 1-2 ਦਿਨਾਂ ਦੇ ਵਿੱਚ ਹੀ 35,000। ਹੁਣ ਉਹਦੇ ਵਿੱਚ ਜਿਹੜੇ ਬਹੁਤੇ ਜ਼ਖਮੀ ਸੀ ਜਾਂ ਕੁਝ ਸਿੰਘ ਜਿਹੜੇ ਬਚ ਗਏ, ਉਹਨਾਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ ਕਾਫਲੇ ਨਾਲੋਂ। ਅਬਦਾਲੀ ਝੂਠੀ ਮੂਠੀ ਜਿੱਤ ਦੇ ਨਗਾਰੇ ਵਜਾਉਂਦਾ ਵਾਪਸ ਚਲਿਆ ਗਿਆ। ਇੱਧਰ ਮਲੇਰਕੋਟਲੇ ਤੋਂ ਅਗਲੇ ਪਾਸੇ ਸਿੰਘ ਪਹੁੰਚ ਗਏ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਜਦੋਂ ਇੰਡੀਆ ਜਾਣੇ, ਜਿੱਥੇ ਹੋਰ ਧਾਰਮਿਕ ਸਥਾਨਾਂ ਤੇ ਜਾਣੇ ਸਾਨੂੰ ਜਾਣਾ ਚਾਹੀਦਾ। ਇਹ ਵੀ ਸਾਡੇ ਸਥਾਨ ਨੇ ਜਿੱਥੇ ਛੋਟਾ ਘੱਲੂਘਾਰਾ ਵਾਪਰਿਆ, ਕਾਹਨੂੰਵਾਨ ਦਾ ਛੰਭ, ਉੱਥੇ ਵੀ ਜਾ ਕੇ ਦਰਸ਼ਨ ਕਰਿਆ ਕਰੋ, ਬੱਚਿਆਂ ਨੂੰ ਵੀ ਕਰਾਓ। ਦੂਜਾ, ਜਿੱਥੇ ਵੱਡਾ ਘੱਲੂਘਾਰਾ ਵਾਪਰਿਆ, ਕੁੱਪ ਤੇ ਰਹੀੜ 2 ਪਿੰਡ ਨੇ ਜਿਹਨੂੰ ਆਪਾਂ ਕੁੱਪ ਰਹੀੜਾ ਕਹਿੰਦੇ ਆ। ਲੁਧਿਆਣੇ ਤੋਂ ਮਲੇਰਕੋਟਲਾ ਰੋਡ ਤੇ ਸਥਾਨ ਆਉਂਦਾ। ਇਸ ਸਥਾਨ ਤੇ ਤਕਰੀਬਨ ਕਈ ਕਿਲੋਮੀਟਰ ਤੱਕ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇੱਕ ਦਿਨ ਵਿੱਚ ਸਾਡੀ ਕੌਮ 35,000 ਸ਼ਹੀਦ ਕਰ ਦਿੱਤੀ। ਉਸ ਸਥਾਨ ਤੇ ਜੇ ਅੱਜ ਤੱਕ ਨਹੀਂ ਗਏ, ਜਦੋਂ ਵੀ ਇੰਡੀਆ ਜਾਓ, ਨਾਲੇ ਖੁਦ ਜ਼ਰੂਰ ਦਰਸ਼ਨ ਕਰਿਓ, ਨਾਲੇ ਬੱਚਿਆਂ ਨੂੰ ਉਸ ਜਗ੍ਹਾ ਦੇ ਜ਼ਰੂਰ ਦਰਸ਼ਨ ਕਰਾਇਓ। ਸਾਡਾ ਵਿਰਸਾ ਜਿਹੜਾ, ਇਹਨੂੰ ਸੰਭਾਲਣ ਤੇ ਪੜ੍ਹਨ ਲਿਖਣ ਦੀ ਸਾਨੂੰ ਲੋੜ ਆ। ਸਾਡੇ ਬੱਚਿਆਂ ਨੂੰ ਵੀ ਨਹੀਂ ਪਤਾ, ਸਾਨੂੰ ਖੁਦ ਨੂੰ ਵੀ ਨਹੀਂ ਪਤਾ। ਇਸ ਥਾਂ ਤੋਂ ਅੱਗੇ ਜਦੋਂ ਸਿੰਘ ਗਏ ਨੇ, ਕੁਝ ਸਿੰਘਾਂ ਦੇ ਫੱਟ ਜ਼ਿਆਦੇ ਲੱਗੇ ਹੋਏ ਨੇ, ਉਹਨਾਂ ਦੀ ਦਵਾ ਦਾਰੂ ਦਾ ਇੰਤਜ਼ਾਮ ਕੀਤਾ। ਕੁਝ ਨੂੰ ਵਧੇਰੇ ਜ਼ਖਮੀ ਸਮਝ ਕੇ ਜਿਨ੍ਹਾਂ ਨੂੰ ਪਹੁੰਚਾਇਆ ਜਾ ਸਕਦਾ ਸੀ ਉਹਨਾਂ ਦੇ ਘਰ-ਬਾਰ ਵੀ ਭੇਜ ਦਿੱਤਾ। ਇਸੇ ਇਲਾਕੇ ਵਿੱਚ ਕੁੱਪ ਤੇ ਰਹੀੜ ਦੇ ਨੇੜੇ ਪਿੰਡ ਸ਼ੀਂਹ ਹੈ ਇੱਕ। ਸ਼ੀਂਹ ਪਿੰਡ ਦੇ ਰਹਿਣ ਵਾਲੇ ਭਾਈ ਈਸ਼ਰ ਸਿੰਘ, ਇਹਨਾਂ ਦੇ ਵੀ ਸਰੀਰ ਤੇ ਬਿਆੰਤੀ ਫੱਟ ਲੱਗੇ ਹੋਏ ਨੇ। ਤਾਂ ਥਾਂ ਤੇ ਚੋਟਾਂ ਲੱਗੀਆਂ ਹੋਈਆਂ ਨੇ। ਜਦੋਂ ਚੋਟਾਂ ਲੱਗੀਆਂ ਹੋਈਆਂ ਨੇ, ਘਰੇ ਆ ਗਏ। ਵੈਦ ਨੇ ਆਪਣੇ ਵੱਲੋਂ ਇਲਾਜ ਸ਼ੁਰੂ ਕੀਤਾ ਤੇ ਨਾਲ ਉਹਨੇ ਕਹਿ ਦਿੱਤਾ ਵੀ ਮਾਲਕ ਕਿਰਪਾ ਕਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਇਹਨਾਂ ਦੀ ਜਾਨ ਦਾ ਖਤਰਾ ਹੈ, ਖੂਨ ਜ਼ਿਆਦੇ ਵਹਿ ਗਿਆ। ਸ਼ਾਇਦ ਇਹ 1-2 ਦਿਨਾਂ ਦੇ ਮਹਿਮਾਨ ਨੇ। ਜਦੋਂ ਦੇਖਿਆ ਵੀ ਸਰੀਰ ਪਹਿਲੇ ਦਿਨ ਨਾਲੋਂ ਅਗਲੇ ਦਿਨ ਹੋਰ ਘਟ ਗਿਆ, ਤੀਜੇ ਦਿਨ ਹੋਰ ਘਟ ਗਿਆ, ਭਾਈ ਸਾਹਿਬ ਭਾਈ ਈਸ਼ਰ ਸਿੰਘ ਨੇ ਪਿੰਡ ਦੇ 2-4 ਮਤਵੰਤਿਆਂ ਨੂੰ ਆਪਣੇ ਘਰ ਬੁਲਾਇਆ, ਸੁਨੇਹਾ ਭੇਜ ਕੇ। ਨਗਰ ਦੇ ਪੰਚ ਸਰਪੰਚ ਜਿਹੜੇ ਕੋਈ 2-3 ਜਾਣਦੇ ਸੀ, ਉਹਨਾਂ ਨੂੰ ਕੋਲ ਸੱਦ ਕੇ ਇੱਕ ਬਚਨ ਕਹਿਣ ਲੱਗਾ, ਬਾਪੂ ਧਿਆਨ ਨਾਲ ਸੁਣਿਓ, ਅੱਜ ਮੈਂ ਬੇਨਤੀ ਕਰ ਰਿਹਾ ਵੀ ਇੱਕ ਬਾਪੂ ਦੇ ਕੀ ਫਰਜ਼ ਹੁੰਦੇ ਨੇ। ਇੱਕ ਦਿਨ ਵਿੱਚ ਕੌਮ 35,000 ਸ਼ਹੀਦ ਹੋ ਗਈ। ਅੱਗੋਂ ਵੀ ਪਤਾ ਵੀ ਸਮਾਂ ਸਿੱਖ ਕੌਮ ਤੇ ਕਿੱਦਾਂ ਦਾ ਹੈ। ਇੱਕੋ ਇੱਕ ਨਿਸ਼ਾਨੀ ਆ, ਕੇਵਲ 2 ਸਾਲ ਦਾ ਪੁੱਤ। ਪਿੰਡ ਦੇ ਪਤਵੰਤਿਆਂ ਨੂੰ ਭਾਈ ਈਸ਼ਰ ਸਿੰਘ ਕਹਿਣ ਲੱਗਾ ਵੀ ਭਾਈ ਮੇਰਾ ਜੀਵਨ ਹੁਣ ਬਹੁਤਾ ਸਮਾਂ ਨਹੀਂ, ਮੇਰਾ ਆ 2 ਸਾਲ ਦਾ ਬੱਚਾ
ਮੇਰੇ ਦਸਹਿਰੇ ਤੇ ਮੇਰੇ ਭੋਗ ਤੇ ਸਿੰਘ ਕੁਝ ਆਉਣਗੇ, ਤੁਸੀਂ ਇਹ ਮੇਰਾ ਪੁੱਤ ਉਹਨਾਂ ਦੇ ਹਵਾਲੇ ਕਰ ਦਿਓ। ਇਹ ਕੌਮ ਦੀ ਅਮਾਨਤਾ, ਇਹਨੂੰ ਵੱਡਾ ਕਰਕੇ, ਇਹਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਕੇ ਜਿੱਥੇ ਵੀ ਕੌਮ ਨੂੰ ਲੋੜ ਪਵੇ ਇਹਦੇ ਸੀਸ ਨੂੰ ਵੀ ਉਹਨਾਂ ਦੇ ਵਿੱਚ ਸ਼ਾਮਲ ਕਰ ਲੈਣ। ਸਿੱਖੀ ਦੇਖੋ ਕਿਹਨੂੰ ਕਹਿੰਦੇ ਨੇ। ਅੱਜ ਗੁਰਦੁਆਰੇ ਆਇਆ ਕੋਈ ਨਿੱਕੀ ਜੀ ਗੱਲ ਕਹਿ ਦੇਵੇ, ਅਸੀਂ ਕਹਿੰਦੇ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਣਾ। ਇੱਥੋਂ ਤੱਕ ਮੜਾ ਜਾ ਕੋਈ ਇਹ ਕਹਿ ਦੇਵੇ ਨਾ ਵੀ ਜੋੜਾ ਥੋੜਾ ਜਿਹਾ ਤੂੰ ਪਾਸੇ ਕਰਕੇ ਖੋਲੋ, ਅਸੀਂ ਇਸ ਗੱਲ ਤੇ ਵੀ ਰੁੱਸ ਜਾਂਦੇ। ਇੱਥੋਂ ਤੱਕ ਪ੍ਰਬੰਧਕ ਕਈ ਵਾਰੀ ਅਨਾਉਂਸਮੈਂਟ ਕਰਦੇ ਨੇ ਵੀ ਭਾਈ ਆਪੋ ਆਪਣੇ ਬੱਚਿਆਂ ਨੂੰ ਸੰਭਾਲੋ, ਰੌਲਾ ਪਾਉਂਦੇ ਨੇ ਤੇ ਲੋਕ ਇਸ ਗੱਲ ਦਾ ਵੀ ਗੁੱਸਾ ਕਰਦੇ ਨੇ ਵੀ ਕਿਉਂ ਕਹਿੰਦੇ ਨੇ। ਹੁਣ ਦੇਖੋ ਵੀ 35,000 ਕੌਮ ਸ਼ਹੀਦ ਹੋ ਗਈ, ਪੱਤਾ ਪੱਤਾ ਸਿੰਘਾਂ ਦਾ ਵੈਰੀ ਆ, ਤੇ ਬਾਪੂ ਕੀ ਕਹਿ ਰਿਹਾ, ਇੱਕੋ ਨਿਸ਼ਾਨੀ ਮਗਰ ਬੱਚੀ 2 ਸਾਲ ਦਾ ਪੁੱਤ ਕੇਵਲ ਹੀ। ਉਹਨਾਂ ਨੂੰ ਕਹਿ ਦਿੱਤਾ ਵੀ ਮੇਰੇ ਦਸਹਿਰੇ ਤੇ ਜਦੋਂ ਸਿੰਘ ਆਉਣਗੇ ਨਾ, ਮੇਰਾ ਇਹ ਬੱਚਾ ਉਹਨਾਂ ਸਿੰਘਾਂ ਨੂੰ ਪਕੜਾ ਦੇਣਾ ਤੇ ਉਹਨਾਂ ਨੂੰ ਕਹਿਣਾ ਵੀ ਇਹ ਕੌਮ ਦੀ ਅਮਾਨਤ ਹੈ, ਇਹਨੂੰ ਜਿਸ ਥਾਂ ਤੇ ਵੀ ਹੋਵੇ ਵੱਡਾ ਕਰਕੇ ਇਹ ਕੌਮ ਦੇ ਕਿਤੇ ਲੇਖੇ ਲੱਗ ਜਾਵੇ, ਮੈਂ ਸੁਰਖਰੂ ਸਮਝਾਂਗਾ ਆਪਣੇ ਆਪ ਨੂੰ। ਭਾਈ ਸਾਹਿਬ ਦੇ ਦਸਹਿਰੇ ਤੇ ਸਿੰਘ ਆਏ ਤੇ ਪਿੰਡ ਦੇ ਪਤਵੰਤਿਆਂ ਨੇ ਇਹ ਗੱਲ ਉਹਨਾਂ ਨੂੰ ਕੋਈ, ਉਹ ਸਿੰਘ ਉਸ ਬੱਚੇ ਨੂੰ ਨਾਲ ਲੈ ਗਏ ਜਿਹੜਾ ਬੱਚਾ ਵੱਡਾ ਹੋ ਕੇ ਅਕਾਲੀ ਫੂਲਾ ਸਿੰਘ ਬਣਿਆ। ਐਸਾ ਮਰਜੀਵੜਾ ਇਹ ਗੁਰੂ ਦਾ ਸਿੰਘ ਸੀ। ਸਨ 1823 ਤੱਕ ਜਿਉਂਦਾ ਰਿਹਾ, ਉਨੀ ਦੇਰ ਗੁਰਦੁਆਰਿਆਂ ਦੀ ਕਿਤੇ ਨੇ ਬੇਅਦਬੀ ਨਹੀਂ ਹੋਣ ਦਿੱਤੀ। ਐਸਾ ਨਧੜਕ ਸੂਰਮਾ ਸੀ, ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਕਚਹਿਰੀ ਦੇ ਵਿੱਚ ਖੜਾ ਕਰ ਲੈਣ ਵਾਲਾ ਇਹ ਗੁਰੂ ਕਾ ਸੂਰਮਾ ਸੀ, ਜਿਹਦੇ ਬਾਪੂ ਦੀ ਇਹ ਖਾਸ ਸੀ ਇਹ ਕੌਮ ਦੇ ਕੰਮ ਆਉਣਾ ਚਾਹੀਦਾ ਹੈ। ਸਨ 1823 ਤੱਕ ਜਿਉਂਦਾ ਰਿਹਾ। ਉਦੋਂ ਬਾਅਦ ਦੇ ਵਿੱਚ ਮਹੰਤਾਂ ਦਾ ਜਾਂ ਗੁਰਦੁਆਰਿਆਂ ਦੀਆਂ ਬੇਅਦਬੀਆਂ ਜਿਹੜੀਆਂ ਸ਼ੁਰੂ ਹੋਈਆਂ। ਮੈਂ ਬੇਨਤੀ ਕਰ ਰਿਹਾ ਵੀ ਹਰ ਇੱਕ ਬਾਪੂ ਦਾ ਫਰਜ਼ ਬਣਦਾ, ਸਾਡੇ ਵਾਸਤੇ ਜ਼ਰੂਰੀ ਆ ਦਿਨੇ ਰਾਤ ਭੱਜ ਦੌੜ ਕਰੋ, ਪਰ ਜੇ ਆਪਣੇ ਵਿਰਸੇ ਨੂੰ ਨਾ ਸੰਭਾਲਿਆ, ਅਕਸਰ ਹੀ ਆਪਣੇ ਆਸਟ੍ਰੇਲੀਆ ਵਿੱਚ ਲੋਕ ਥੋੜ੍ਹੇ ਸਮੇਂ ਦੇ ਆਏ ਨੇ, ਕੈਨੇਡਾ ਅਮਰੀਕਾ ਵੀ ਮੈਨੂੰ ਕਈ ਵਾਰੀ ਜਾਣ ਦਾ ਮੌਕਾ ਮਿਲਿਆ। ਉੱਥੇ ਉਹ ਪਰਿਵਾਰ ਮਿਲਦੇ ਨੇ ਜਿਨ੍ਹਾਂ ਨੂੰ 100 ਸਾਲ ਤੋਂ ਵੀ ਉੱਪਰ ਹੋ ਗਏ ਨੇ। ਉਹ ਲੋਕ ਆਪਣੇ ਰੋਣੇ ਰੋਂਦੇ ਨੇ, ਕਹਿੰਦੇ ਜੀ ਅਸੀਂ ਕਮਾਈ ਕਰਨ ਵਾਸਤੇ ਆਏ ਸੀ, ਅਸੀਂ ਬੱਚੇ ਵੇਚ ਕੇ ਤੇ ਵਿਹਲੇ ਹੋਏ ਬੈਠੇ ਹਾਂ ਤੇ ਦੁਖੀ ਹਾਂ ਅੰਤਾਂ ਦੇ। ਉਹਦਾ ਕਾਰਨ ਕੀ ਹੈ? ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ, ਕੰਮ ਕਰਦਿਆਂ ਡਬਲ ਸ਼ਿਫਟਾਂ ਲਾਈਆਂ ਨੇ। ਮੈਂ ਬੇਨਤੀ ਕਰਾਂ ਵੀ ਕੰਮ ਤਾਂ ਕਰਨਾ ਚਾਹੀਦਾ, ਪਰ ਬੱਚਿਆਂ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੈ। ਤੁਹਾਡਾ ਭਵਿੱਖ ਹੈ ਇਹ। ਜੇ ਅੱਜ ਬੱਚਿਆਂ ਨੂੰ ਗੋਰਿਆਂ ਵਿੱਚ ਛੱਡਿਆ, ਉਹ ਜਿੱਦਾਂ ਦੇ ਕਲਚਰ ਵਿੱਚ ਰਹਿਣਗੇ ਉੱਦਾਂ ਦੇ ਕਾਰਨਾਮੇ ਕਰਨਗੇ, ਫਿਰ ਭਾਈ ਜਿਵੇਂ ਉਹ ਕਰਦੇ ਕਰਨ ਦਿਓ, ਫਿਰ ਤੁਸੀਂ ਦੁਖੀ ਨਾ ਹੋਵੋ। ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇ ਰਹੇ। ਅਸੀਂ ਉਹਨਾਂ ਨੂੰ ਲੈ ਕੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਸਾਲ ਦੇ ਵਿੱਚ ਕੋਈ ਦਿਨ, ਮਹੀਨੇ ਦੇ ਵਿੱਚ ਹੀ 2-4 ਰੱਖ ਲਓ ਵੀ ਜਦੋਂ ਬੱਚਿਆਂ ਨੂੰ ਸੰਗਤ ਵਿੱਚ ਲਿਆ ਕੇ ਬਿਠਾਉਣਾ। ਅਸੀਂ ਜਾਂ ਤਾਂ ਲੈ ਕੇ ਨਹੀਂ ਆਉਂਦੇ, ਜਾਂ ਬੱਚੇ ਇੱਦਾਂ ਦੌੜੇ ਫਿਰਦੇ ਨੇ ਜਿਵੇਂ ਕੋਈ ਪਲੇਗਰਾਊਂਡ ਹੋਵੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਭਲਿਓ ਜੇ ਸਕੂਲ ਵਿੱਚ ਬੱਚੇ ਇੱਦਾਂ ਦੌੜਦੇ ਹੋਣ, ਕੋਈ ਮਾਪੇ ਜਾ ਕੇ ਦੇਖ ਲੈਣ, ਕਹਿੰਦੇ ਜੀ ਸਾਡੇ ਬੱਚੇ ਦਾ ਨਾਮ ਕੱਟ ਦਿਓ ਕਿਉਂਕਿ ਇੱਥੇ ਕੋਈ ਅਨੁਸ਼ਾਸਨ ਨਹੀਂ, ਬੱਚਿਆਂ ਨੂੰ ਬਿਠਾਇਆ ਤਾਂ ਜਾਂਦਾ ਨਹੀਂ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਵੀ ਸਾਡਾ ਸਕੂਲ ਆ, ਭਲਿਓ ਇੱਥੇ ਵੀ ਬੈਠਣਾ ਅਸੀਂ ਸਿਖਾਉਣਾ। ਤੇ ਜੇ ਕੋਈ ਪ੍ਰਬੰਧਕ ਕਿਤੇ ਅਨਾਉਂਸਮੈਂਟ ਕਰਕੇ ਕਹਿ ਦਿੰਦਾ ਅਸੀਂ ਗੁੱਸਾ ਕਰਦੇ ਹਾਂ। ਮਿੰਟ 3-4 ਰਹਿ ਗਏ ਨੇ। ਮੈਂ ਇੱਕ ਹੋਰ ਬੇਨਤੀ ਕਰਨ ਲੱਗਾ। ਜਸਵੰਤ ਸਿੰਘ ਨੇਕੀ, ਜਿਨ੍ਹਾਂ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਸਾਰੀਆਂ ਹੀ ਪੜ੍ਹਨ ਵਾਲੀਆਂ ਨੇ, ਬਹੁਤ ਵਧੀਆ ਲਿਖੀਆਂ ਨੇ। ਜਸਵੰਤ ਸਿੰਘ ਨੇਕੀ ਜ਼ਿਕਰ ਕਰਦੇ ਨੇ, ਕਹਿੰਦੇ ਇੱਕ ਕਾਫਲਾ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਉਸ ਸੰਗਤ ਦੇ ਕਾਫਲੇ ਦੇ ਨਾਲ ਮੈਂ ਵੀ ਸੀ। ਕਹਿੰਦੇ ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਵੀ ਸੰਗਤਾਂ ਜਾ ਰਹੀਆਂ ਨੇ, ਨਾਲ ਮੈਂ ਵੀ ਸੀ, ਤੇ ਉਹਨਾਂ ਸੰਗਤਾਂ ਦੇ ਵਿੱਚ ਇੱਕ ਬੱਚੀ ਆ 15-17 ਸਾਲ ਦੀ। ਅਚਾਨਕ ਤੁਰਿਆਂ ਜਾਂਦਿਆਂ ਬੱਚੀ ਦੇ ਪੈਰ ਤੇ ਠੇਡਾ ਲੱਗਿਆ। ਠੇਡਾ ਇੰਨੀ ਜ਼ੋਰ ਦੀ ਲੱਗਾ, ਉਹਦਾ ਨਹੁੰ ਜਿਹੜਾ ਸੀ ਪੱਟਿਆ ਗਿਆ ਪੈਰ ਦਾ। ਦਰਦ ਅੰਤਾਂ ਦਾ ਹੋਵੇ, ਲਹੂ ਵਗੀ ਜਾਵੇ। ਕਹਿੰਦੇ ਮੈਂ ਉਸ ਬੱਚੀ ਨੂੰ ਕਿਹਾ ਵੀ ਮੇਰੇ ਕੋਲੇ ਮਲਮ ਪੱਟੀ ਤਾਂ ਹੈ, ਦਰਅਸਲ ਸੁੰਨ ਕਰਨ ਵਾਸਤੇ ਮੇਰੇ ਕੋਲੇ ਕੋਈ ਪ੍ਰਬੰਧ ਨਹੀਂ, ਪਰ ਤੇਰਾ ਨਹੁੰ ਕੱਟਣਾ ਪੈਣਾ ਪੁੱਤ। ਤੇ ਉਹ ਬੱਚੀ ਕਹਿੰਦੇ ਇੰਨੀ ਦਲੇਰ ਦੇਖੀ, ਉਹ ਕਹਿੰਦੀ ਵੀ ਕੋਈ ਗੱਲ ਨਹੀਂ, ਜੇ ਸੁੰਨ ਕਰਨ ਦਾ ਸਮਾਨ ਨਹੀਂ ਵੀ ਤੁਸੀਂ ਕਿਸੇ ਢੰਗ ਨਾਲ ਇਹਨੂੰ ਨਹੁੰ ਨੂੰ ਕੱਟ ਦਿਓ ਤੇ ਮੇਰੀ ਪੱਟੀ ਕਰ ਦਿਓ। ਡਾਕਟਰ ਜਸਵੰਤ ਸਿੰਘ ਕਹਿੰਦੇ ਮੈਂ ਉਸ ਬੱਚੀ ਦੇ ਪੱਟੀ ਕਰ ਦਿੱਤੀ। ਕਹਿੰਦੇ ਨਾਲ ਦੀ ਨਾਲ ਉਸ ਬੱਚੀ ਦੀ ਦਲੇਰੀ ਦੇਖ ਕੇ ਕਹਿੰਦੇ ਮੈਂ ਇਹਨੂੰ ਬੁੱਕਲ 'ਚ ਲੈ ਕੇ ਕਿਹਾ, ਪੁੱਤ ਤੇਰਾ ਗੁਰੂ ਨਾਲ ਕਿੰਨਾ ਪਿਆਰ ਆ, ਧੰਨ ਭਾਗ ਤੇਰੇ ਤੇ ਧੰਨ ਤੇਰੇ ਮਾਪੇ ਨੇ। ਕਹਿੰਦੇ ਮੈਂ ਇੰਨੀ ਗੱਲ ਕਹੀ ਤੇ ਉਹ ਬੱਚੀ ਜਾਰੋ ਜਾਰ ਰੋਣ ਲੱਗ ਪਈ। ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਮੈਥੋਂ ਕੁਝ ਗਲਤ ਬੋਲਿਆ ਗਿਆ। ਕਹਿੰਦੇ ਮੈਂ ਬੱਚੀ ਨੂੰ ਫੇਰ ਆਪਣੇ ਨਾਲ ਲਾ ਕੇ ਕਿਹਾ, ਧੀਏ ਮੈਂ ਤੇਰੇ ਬਾਪੂ ਵਰਗਾ ਤੇ ਤੂੰ ਰੋਣ ਕਾਹਤੋਂ ਲੱਗ ਪਈ? ਕਹਿੰਦੇ ਵੀ ਮੈਂ ਤਾਂ ਵਰਾਉਣਾ ਚਾਹਿਆ। ਉਹਦੇ ਹੌਂਕੇ ਇਦੋਂ ਵੀ ਉੱਚੇ ਹੋ ਗਏ।
ਜਦੋਂ ਕਹਿੰਦੇ ਮੈਂ ਆਖਿਆ ਵੀ ਮੈਂ ਵੀ ਤੇਰੇ ਬਾਪੂ ਵਰਗਾ, ਤੇ ਕਹਿੰਦੇ ਅੱਗੋਂ ਕਹਿਣ ਲੱਗੇ ਵੀ ਕਿਸੇ ਵੀ ਮਾੜੇ ਕਰਮਾਂ ਵਾਲੇ ਦਾ ਬਾਪੂ ਮੇਰੇ ਬਾਪੂ ਵਰਗਾ ਨਾ ਹੋਵੇ, ਤੁਹਾਡੇ ਵਰਗਾ ਮੇਰਾ ਬਾਪੂ ਨਹੀਂ। ਕਹਿੰਦੇ ਮੈਂ ਪੁੱਛਿਆ ਕੀ ਗੱਲ ਆ? ਕਹਿੰਦੇ ਅੱਗੋਂ ਕਹਿਣ ਲੱਗੇ ਵੀ ਮੇਰੀ ਮਾਂ ਬਚਪਨ ਵਿੱਚ ਚੜ੍ਹਾਈ ਕਰ ਗਈ, ਮੇਰਾ ਬਾਪੂ ਨਿੱਤ ਸ਼ਰਾਬ ਪੀਂਦਾ, ਮੈਂ ਲੋਕਾਂ ਦੇ ਭਾਂਡੇ ਮਾਂਜ ਕੇ ਆਉਣੀ ਆ, ਲੋਕਾਂ ਦੀ ਬੌਕਰ ਭਾਰੀ ਕਰਕੇ ਆਉਣੀ ਆ, ਜੋ ਰੁਪਈਆ ਪੈਸਾ ਮਿਲਦਾ ਮੇਰਾ ਬਾਪੂ ਮੈਨੂੰ ਕੁੱਟ ਕੇ ਮੈਥੋਂ ਪੈਸੇ ਖੋਹ ਲੈਂਦਾ, ਅੱਜ ਤੱਕ ਮੈਂ ਨਵਾਂ ਸੂਟ ਪਾ ਕੇ ਨਹੀਂ ਦੇਖਾ ਲੋਕਾਂ ਦਾ ਉਤਾਰ ਪਹਿਨਦੀ ਆ, ਲੋਕਾਂ ਦੀਆਂ ਦਿੱਤੀਆਂ ਹੋਈਆਂ ਰੋਟੀਆਂ ਖਾਣੀਆਂ ਤਾਂ ਬਿਨਾਂ ਨਾਗ ਤੋਂ ਮੇਰਾ ਬਾਪੂ ਮੈਨੂੰ ਕੁੱਟਦਾ ਵੀ ਆ ਤੇ ਕਦੇ ਪਿਆਰ ਨਹੀਂ ਕੀਤਾ, ਜਿਹੜੇ 4 ਪੈਸੇ ਹੁੰਦੇ ਨੇ ਉਹਨਾਂ ਦੀ ਵੀ ਸ਼ਰਾਬ ਪੀ ਆਉਂਦਾ। ਤੇ ਕਹਿੰਦੇ ਮੈਂ ਅੱਗੋਂ ਕਿਹਾ ਵੀ ਪੁੱਤ ਤੂੰ ਬਾਪੂ ਬਦਲਾ ਲਾ, ਤੇ ਕਹਿੰਦੇ ਅੱਗੋਂ ਬੱਚੀ ਕਹਿਣ ਲੱਗੀ ਵੀ ਫਿਰ ਮੈਂ ਤੁਹਾਨੂੰ ਬਾਪੂ ਕਹਿ ਦਿਆ ਕਰਾਂ। ਕਹਿੰਦੇ ਮੈਂ ਕਿਹਾ ਨਹੀਂ ਪੁੱਤ, ਕੱਲ ਨੂੰ ਮੈਂ ਮਰ ਜਾਣਾ, ਕੋਈ ਹੋਰ ਬਾਪੂ ਲੱਭਣਾ ਪਊ। ਦਰਅਸਲ ਤੂੰ ਦਸ਼ਮੇਸ਼ ਪਾਤਸ਼ਾਹ ਨੂੰ ਆਪਾਂ ਬਾਪੂ ਬਣਾ ਲਾ, ਜਿਹਨੂੰ ਬਾਣੀ ਵਿੱਚ ਲਿਖਿਆ ਬਾਪ ਹਮਾਰਾ ਸਦ ਚਰੰਜੀਵੀ, ਜਿਹੜਾ ਕਦੇ ਜਾਂਦਾ ਨਹੀਂ। ਕਹਿੰਦੇ ਅਸੀਂ ਆਨੰਦਪੁਰ ਪਹੁੰਚੇ, ਉਸ ਬੱਚੀ ਨੇ ਅੰਮ੍ਰਿਤ ਛਕ ਕੇ ਜਦੋਂ ਘਰੇ ਵਾਪਸ ਪਰਤੀ, ਅੱਜ ਪਹਿਲੀ ਵੇਰ ਬਾਪੂ ਨੇ ਸ਼ਰਾਬ ਦੀ ਬੋਤਲ ਟੇਬਲ ਤੇ ਰੱਖੀ ਤੇ ਬੱਚੀ ਨੇ ਹਿੰਮਤ ਕੀਤੀ, ਉਹ ਸ਼ਰਾਬ ਦੀ ਬੋਤਲ ਚੱਕ ਕੇ ਪਾਸੇ ਵਗਾ ਕੇ ਮਾਰੀ। ਤੇ ਬਾਪੂ ਨੇ ਅੱਗੋਂ ਕਹਿੰਦੇ ਸੋਟੀ ਪਈ ਸੀ, ਚੱਕ ਕੇ ਜਦੋਂ ਬੱਚੀ ਦੇ ਮਾਰਨ ਲੱਗੀ, ਬੱਚੀ ਨੇ ਅੱਗੋਂ ਸੋਟੀ ਪਕੜ ਲਈ ਤੇ ਨਾਲ ਕਹਿਣ ਲੱਗੀ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦੀ ਕਿਉਂਕਿ ਤੂੰ ਮੇਰਾ ਬਾਪ ਆ, ਪਰ ਜੇ ਤੂੰ ਮੇਰੇ ਮਾਰਿਆ ਅੱਜ ਤੋਂ ਮੈਂ ਇੱਕ ਦਸ਼ਮੇਸ਼ ਪਿਤਾ ਨੂੰ ਵੀ ਆਪਣਾ ਬਾਪੂ ਬਣਾ ਲਿਆ, ਤੇ ਜੇ ਤੂੰ ਮੇਰੇ ਸੋਟੀ ਮਾਰੀ ਉਹ ਤੈਨੂੰ ਲੀਰੋ ਲੀਰ ਕਰਕੇ ਰੱਖ ਦੇਵੇਗਾ। ਬੱਚੀ ਨੇ ਭਰੋਸੇ ਨਾਲ ਇਹ ਸ਼ਬਦ ਕਹੇ ਤੇ ਬਾਪੂ ਇੱਕਦਮ ਠਿੰਬਰ ਕੇ ਬੈਠ ਗਿਆ, ਅੱਜ ਮਾਰਿਆ ਨਹੀਂ। ਤੇ ਬੱਚੀ ਪਈ ਮਾਲਕ ਦਾ ਸ਼ੁਕਰਾਨਾ ਕਰਦੀ ਆ, ਕਲਗੀਆਂ ਵਾਲਿਆ ਮੈਂ ਤੇਰਾ ਪੱਲਾ ਪਕੜਿਆ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਮੈਂ ਤਾਂ ਇੰਨੀ ਰੋਟੀ ਨਹੀਂ ਖਾਧੀ ਜਿੰਨੀ ਪਿਓ ਤੋਂ ਮਾਰ ਖਾਧੀ ਆ, ਪਹਿਲੀ ਰਾਤ ਆ ਜਿੱਦਣ ਅੱਜ ਮੇਰੇ ਕੁੱਟ ਨਹੀਂ ਪਈ। ਅਰਦਾਸ ਕਰਕੇ ਸ਼ੁਕਰਾਨਾ ਕੀਤਾ। ਰਾਤ ਨੂੰ ਬਾਪੂ ਆਣ ਕੇ ਪੈਰਾਂ ਵਾਲੇ ਪਾਸੇ ਖੜਾ ਹੋ ਗਿਆ, ਪੈੜ ਚਾਲ ਦੇਖ ਕੇ ਧੀ ਕਹਿਣ ਲੱਗੀ, ਕਹਿੰਦੀ ਵੀ ਸ਼ਾਇਦ ਸ਼ਰਾਬੀ ਕਬਾਬੀ ਆ, ਕੋਈ ਗਲਤ ਖਿਆਲ ਨਾ ਮਨ ਵਿੱਚ ਆ ਗਿਆ ਹੋਵੇ। ਪੁੱਛਿਆ ਵੀ ਤੂੰ ਕਿਵੇਂ ਆਇਆ? ਤੇ ਅੱਗੋਂ ਬਾਪੂ ਕਹਿਣ ਲੱਗਾ ਧੀਏ ਅੱਜ ਤੱਕ ਮੈਥੋਂ ਪਾਪ ਹੁੰਦਾ ਰਿਹਾ, ਜਿਸ ਨੂੰ ਤੂੰ ਬਾਪੂ ਬਣਾਇਆ ਮੈਨੂੰ ਵੀ ਉਹਦੇ ਕੋਲੇ ਲੈ ਚੱਲ, ਮੈਂ ਵੀ ਉਹਨੂੰ ਬਾਪੂ ਬਣਾਉਣਾ ਚਾਹੁੰਦਾ, ਮੇਰਾ ਵੀ ਜਨਮ ਕਿਤੇ ਸੁਧਰ ਜਾਵੇ। ਉਹ ਵੀ ਗੁਰੂ ਦੇ ਲੜ ਲੱਗਿਆ, ਜੀਵਨ ਦੇ ਵਿੱਚ ਤਬਦੀਲੀ ਆਈ। ਮੈਂ ਬੇਨਤੀ ਕਰਾਂ ਤੁਸੀਂ ਜਦੋਂ ਘਰੇ ਜਾਵੋ ਨਾ, ਇਹਨਾਂ ਨਸ਼ਿਆਂ ਪੱਤਿਆਂ ਦਾ ਤਿਆਗ ਕਰੋ। ਤੁਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਇਸ ਲਾਈਨ ਤੇ ਨਾ ਲੱਗਣ, ਤਾਂ ਉਹਨਾਂ ਦੇ ਸਾਹਮਣੇ ਸਾਨੂੰ ਵੀ ਗਲਤ ਕੰਮ ਨਹੀਂ ਕਰਨੇ ਚਾਹੀਦੇ। ਜਦੋਂ ਵੀ ਘਰੇ ਜਾਓ ਇਹ ਨਾ ਹੋਵੇ ਪ੍ਰਹਿਲਾਦ ਦੇ ਬਾਪੂ ਵਾਂਗੂ ਉਹਨਾਂ ਨੂੰ ਇਹ ਲੱਗੇ ਵੀ ਘਰੇ ਹਰਨਾਕਸ਼ ਆਇਆ। ਅਸੀਂ ਵੀ ਅਸੂਲਾਂ ਦੇ ਧਾਰਨੀ ਹੋਈਏ, ਘਰ ਦਾ ਸਾਡਾ ਕੋਈ ਅਨੁਸ਼ਾਸਨ ਹੋਵੇ। ਬੱਚਿਆਂ ਨੂੰ ਲੈ ਕੇ ਜੇ ਬਾਣੀ ਪੜਾਂਗੇ, ਅਸੂਲਾਂ ਨਾਲ ਜੀਵਾਂਗੇ, ਫਿਰ ਇਹ ਅਵਸਥਾ ਪ੍ਰਾਪਤ ਹੋਏਗੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਉਣ ਵਾਲੇ ਦੀਵਾਨਾਂ ਵਿੱਚ ਅੱਗੋਂ ਬੱਚਿਆਂ ਦੇ ਕੀ ਫਰਜ਼ ਨੇ ਉਹ ਵੀ ਸਾਂਝੇ ਕਰਾਂਗੇ। ਗੁਰੂ ਕੇ ਕੀਰਤਨੀਏ ਭਾਈ ਸਾਹਿਬ ਜੀ ਹੁਣੀ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਭੁੱਲਾਂ ਚੁੱਕਾਂ ਖਿਮਾ ਕਰਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।